It's your body, Holy Baba. ਮੈਨੂੰ ਬੀ ਕੀਪਿੰਗ ਬਿਲਕੁਲ ਨਹੀਂ ਚੰਗੀ ਲੱਗਦੀ। ਮੈਂ ਸੋਚਦਾ ਸੀ ਵੀ ਮਧੂਮੱਖੀਆਂ ਦੇ ਡੰਕ ਖਾਣੇ, ਘਰੋਂ ਬਾਹਰ ਰਹਿਣਾ, ਤੰਬੂਆਂ 'ਚ ਰਹਿਣਾ, ਇਹ ਲਾਈਫ ਬੜੀ ਔਖੀ ਆ। ਸਾਨੂੰ ਪੈਸਾ ਆਉਣਾ ਸ਼ੁਰੂ ਹੋ ਜਾਂਦਾ ਹੈ ਤੇ ਇਸ ਕੰਮ ਵਰਗਾ ਕੋਈ ਕੰਮ ਹੀ ਨਹੀਂ ਹੈਗਾ। ਐਰਕੀ ਲੋਕਡਾਊਨ ਕਰਕੇ ਅਸੀਂ ਸ਼੍ਰੀਨਗਰ ਨਹੀਂ ਜਾ ਸਕੇ, ਨਹੀਂ ਤੇ ਅਸੀਂ ਕੋਸ਼ਿਸ਼ 2-3 ਸਾਲ ਤੋਂ ਕਰ ਰਹੇ ਸੀ ਵੀ ਇਹਨਾਂ ਨੂੰ ਠੰਡੇ ਏਰੀਏ 'ਚ ਲੈ ਜਾਈਏ। ਜਿਹੜੇ ਨੌਜਵਾਨ ਬਾਹਰ ਜਾਣ ਦੇ ਚੱਕਰ 'ਚ ਆਪਣਾ ਪੈਸਾ ਬਰਬਾਦ ਕਰ ਰਹੇ ਨੇ, ਹੁਣ ਕੋਈ 10 ਲੱਖ ਬਰਬਾਦ ਕਰ ਰਿਹਾ, ਸੁਣ 'ਚ ਆ ਰਿਹਾ ਕੋਈ 2 ਲੱਖ 5 ਲੱਖ ਏਜੰਟਾਂ ਨਾਲ। ਅੱਜ ਕੱਲ੍ਹ ਕਿੰਨੀ ਏਜੰਟ ਲੋਕ ਨੌਜਵਾਨਾਂ ਨੂੰ ਧੋਖੇਬਾਜ਼ੀ ਕਰ ਰਹੇ ਨੇ। ਅਗਰ ਉਹ ਪੈਸਾ ਬਾਹਰ ਲਾਉਣ ਦੇ ਚੱਕਰ ਦੇ ਬਜਾਏ ਅਗਰ ਉਹ ਪੈਸਾ ਇਸ ਕੰਮ ਜਾਂ ਹੋਰ ਕਿਸੇ ਆਪਣੇ ਐਗਰੀਕਲਚਰ ਸਾਈਡ ਬਿਜ਼ਨਸ ਲਗਾ ਲੈਣ ਤੇ ਉਹਨਾਂ ਨੂੰ ਬੜੀ ਅੱਛੀ ਇਹਦੀ ਮਤਲਬ ਇਨਕਮ ਹੋ ਸਕਦੀ ਆ। ਜਿੱਥੇ ਜਾਣਾ ਸੀ ਉੱਥੇ ਜਾ ਨਹੀਂ ਸਕੇ ਤੇ ਇਸ ਤਰ੍ਹਾਂ ਦੇ ਏਜੰਟ ਵੀ ਜਿਹੜੇ ਹੈਗੇ ਆ ਬਹੁਤ ਸਾਰੀਆਂ ਜਿਹੜੀਆਂ ਧਾਂਦਲੀਆਂ ਕਰ ਰਹੇ ਨੇ, ਜਿਹਦੇ ਵਿੱਚ ਬਹੁਤ ਸਾਰੇ ਬੱਚੇ ਆਪਣੀ ਜੀਵਨ ਲੀਲਾ ਵੀ ਖਤਮ ਕਰ ਚੁੱਕੇ ਨੇ। ਕੀ ਕਹੋਗੇ ਇਸ ਬਾਰੇ? ਆਪਣਾ ਹੀ ਮਾਲ ਇੱਥੇ ਵੇਚਿਆ ਜਾਵੇ ਤੇ ਸਾਨੂੰ ਬੈਠੇ ਬਿਠਾਏ ਇੱਥੇ ਬਾਹਰ ਬਣ ਜਾਂਦਾ। ਮੈਂ ਕਿਸੇ ਟਾਈਮ ਮੇਰੇ ਕੋਲ ਇਸਨੇ ਕਸਟਮਰ ਹੁੰਦੇ ਪਏ, ਮਹੀਨੇ ਦਾ ਲੱਖ ਰੁਪਇਆ ਵੀ ਕਮਾ ਲੈਂਦਾ। ਕਿਸੇ ਟਾਈਮ ਇਸ ਤਰ੍ਹਾਂ ਹੁੰਦਾ ਵੀ ਮੰਨ ਲਓ ਆਫ ਸੀਜ਼ਨ ਆ ਜਾਂਦਾ ਨਾ, ਕੁਛ ਫਾਰਮਿੰਗ 'ਤੇ ਬਿਜ਼ੀ ਹੁੰਦਾ, ਕਿਸੇ ਵੇਲੇ ਮਹੀਨੇ ਦਾ ਅਸੀਂ 20-25 ਹਜ਼ਾਰ ਵੀ ਕਮਾ ਲੈਂਦੇ ਹਾਂ। ਹੌਲੀ ਹੌਲੀ ਬਾਬਾ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਇੱਕ ਵਾਰੀ ਫਿਰ ਸਵਾਗਤ ਹੈ ਜੀ। ਔਰ ਮੈਂ ਹਾਂ ਤੁਹਾਡਾ ਸੁਵਿੰਦਰ ਸਿੰਘ ਔਰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਔਰ ਅੱਜ ਅਸੀਂ ਪਹੁੰਚੇ ਹਾਂ ਜੀ ਅੰਮ੍ਰਿਤਸਰ ਦੇ ਪਿੰਡ ਜੇਠੂਵਾਲ ਦੇ ਵਿੱਚ, ਔਰ ਤੁਹਾਨੂੰ ਉਸ ਸ਼ਖਸੀਅਤ ਨਾਲ ਮਿਲਾਵਾਂਗੇ ਕਿ ਜਿਨ੍ਹਾਂ ਨੇ ਬੀ ਫਾਰਮਿੰਗ ਦੇ ਵਿੱਚ ਬਹੁਤ ਜ਼ਿਆਦਾ ਅਹਿਮ ਭੂਮਿਕਾ ਨਿਭਾਈ ਹੈ ਤੇ ਬਹੁਤ ਸਕਸੈਸ ਹੋ ਕੇ ਜਿਹੜਾ ਹੈਗਾ ਆਪਣਾ ਜਿਹੜਾ ਇਹ ਬਿਜ਼ਨਸ ਹੈ ਉਹ ਕਰ ਰਹੇ ਨੇ। ਉਹਨਾਂ ਦਾ ਨਾਮ ਹੈ ਜੀ ਪਵਨਦੀਪ ਅਰੋੜਾ। ਤੇ ਆਓ ਉਹਨਾਂ ਨਾਲ ਗੱਲ ਕਰਦੇ ਹਾਂ। ਪਵਨ ਜੀ ਨਾਲ ਕੀ ਕਹਿਣਾ ਹੈ ਉਹਨਾਂ ਦਾ। ਹਾਂਜੀ ਪਵਨ ਜੀ, ਨਮਸਕਾਰ ਜੀ। ਨਮਸਕਾਰ ਜੀ ਸਾਰਿਆਂ ਨੂੰ। ਪਵਨ ਜੀ ਦੱਸੋ ਕਿ ਤੁਹਾਡੀ ਕੁਆਲੀਫਿਕੇਸ਼ਨ ਕਿੰਨੀ ਹੈ, ਕਿਸ ਤਰ੍ਹਾਂ ਤੁਹਾਡੀ ਪੜ੍ਹਾਈ ਹੋਈ ਹੈ, ਕਿਸ ਤਰ੍ਹਾਂ ਥੋੜ੍ਹੀ ਜਿਹੀ ਤੁਹਾਡੀ ਸਕੂਲਿੰਗ ਸੀ, ਉਸ ਬਾਰੇ ਦੱਸਿਓ। ਸਕੂਲਿੰਗ +2 ਤੱਕ ਤੋਂ ਮੈਂ ਪਿੰਡ ਹੀ ਪੜ੍ਹਿਆ ਹੋਇਆ ਆਪਣੇ ਪ੍ਰਾਈਵੇਟ ਸਕੂਲ 'ਚ। +2 ਤੱਕ ਮੈਂ ਮੈਡੀਕਲ 'ਚ ਕੀਤੀ ਹੋਈ ਹੈ। ਉਸ ਤੋਂ ਬਾਅਦ ਸੋਚਿਆ ਵੀ +2 ਤੋਂ ਬਾਅਦ ਹੀ ਆਈਲੈਟਸ ਕਰਕੇ ਬਾਹਰ ਚਲੇ ਜਾਵਾਂ। ਫਿਰ ਆਈਲੈਟਸ ਵੀ ਕੀਤੀ ਆ, ਲੇਕਿਨ ਵਿੱਚੋਂ ਕੁਝ ਹੋਰ ਪਰਿਵਾਰਿਕ ਰਿਸ਼ਤੇਦਾਰ ਜਾਂ ਹੋਰ ਸੱਜਣ ਦੋਸਤ ਕਹਿ ਦਿੰਦੇ ਸੀ ਵੀ ਆਈਲੈਟਸ ਤੇ ਬਾਹਰ ਜਾ ਕੇ ਕੀ ਕਰੋਗੇ ਤੁਸੀਂ ਸਿੱਧਾ ਹੀ ਵਰਕ ਪਰਮਿਟ 'ਤੇ ਬਾਹਰ ਚਲੇ ਜਾਓ। ਅਤੇ ਵਰਕ ਪਰਮਿਟ ਦੇ ਵੀ 1-2 ਜਗ੍ਹਾ ਟਰਾਈ ਕੀਤਾ ਹੈ, ਅਤੇ ਉਹਨਾਂ ਨੇ ਕਿਹਾ ਵੀ 6 ਮਹੀਨੇ ਜਾਂ ਸਾਲ ਬਾਅਦ ਤੁਹਾਡਾ ਵੀਜ਼ਾ ਆ ਜਾਏਗਾ। ਜਦ ਕਿ ਵੀਜ਼ਾ +2 ਤੋਂ ਬਾਅਦ ਫਿਰ ਵੀਜ਼ਾ ਨਹੀਂ ਆਇਆ, ਅਤੇ ਮੈਂ ਨਾਲ ਦੇ ਨਾਲ ਆਪਣੀ ਗ੍ਰੈਜੂਏਸ਼ਨ ਵੀ ਜਾਰੀ ਰੱਖੀ। ਮੇਰੇ ਪਿਤਾ ਜੀ ਬੀ ਕੀਪਿੰਗ 1990 ਤੋਂ ਕਰ ਰਹੇ ਆ, ਅਤੇ ਉਹਨਾਂ ਦਾ ਕੰਮ ਉਹਨਾਂ ਨੇ ਆਪਣੇ ਹਿਸਾਬ ਨਾਲ ਬੜਾ ਅੱਛਾ ਸੈਟਅਪ ਕੀਤਾ ਸੀ। ਜਦ ਕਿ ਮੈਨੂੰ ਬੀ ਕੀਪਿੰਗ ਬਿਲਕੁਲ ਨਹੀਂ ਚੰਗੀ ਲੱਗਦੀ। ਮੈਂ ਸੋਚਦਾ ਸੀ ਵੀ ਮਧੂਮੱਖੀਆਂ ਦੇ ਡੰਕ ਖਾਣੇ, ਘਰੋਂ ਬਾਹਰ ਰਹਿਣਾ, ਤੰਬੂਆਂ 'ਚ ਰਹਿਣਾ, ਇਹ ਲਾਈਫ ਬੜੀ ਔਖੀ ਆ ਅਤੇ ਮੈਂ ਨਹੀਂ ਕਰ ਪਾਵਾਂਗਾ। ਮੈਂ ਬਾਹਰ ਹੀ ਸੈੱਟ ਹੋਣਾ ਚਾਹੁੰਦਾ। ਬਾਹਰ ਦਾ ਕੰਮ ਨਹੀਂ ਬਣਿਆ ਸੀ। ਸਿਸਟਰ ਨੇ ਮੇਰੇ MSc ਮੈਥ ਕੀਤੀ ਹੋਈ ਸੀ। ਅਸੀਂ ਦੋਨਾਂ ਨੇ ਰਲ ਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਲਾਗੇ ਹੀ ਇੱਕ ਛੋਟਾ ਜਿਹਾ ਇੰਸਟੀਚਿਊਟ ਸਟਾਰਟ ਕਰ ਲਿਆ, ਜਿਹਦੇ 'ਚ ਬਹੁਤ ਅੱਛਾ ਰਿਸਪੌਂਸ ਮਿਲਿਆ ਸੀ। ਲੇਕਿਨ ਸਿਸਟਰ ਦੀ ਮੈਰਿਜ ਹੋ ਗਈ ਅਤੇ ਉਸ ਤੋਂ ਬਾਅਦ ਜਿਹੜੇ ਉੱਥੇ ਟੀਚਰਸ ਸੀ ਉਹਨਾਂ ਨੇ ਆਪਣੀਆਂ ਜ਼ਿੰਮੇਵਾਰੀਆਂ ਕੁਛ ਨਹੀਂ ਸਮਝੀਆਂ, ਅਤੇ ਚਲੋ ਫਿਰ ਵੀ ਮੈਂ ਆਪਣਾ ਕੰਮ ਕਰਦਾ ਰਿਹਾ। 2011 ਲਾਸਟ 12 ਸਟਾਰਟਿੰਗ ਦੇ ਵਿੱਚ ਪਿਤਾ ਜੀ ਮੇਰੇ ਮੱਧ ਪ੍ਰਦੇਸ਼ ਸੀ ਬੀ ਕੀਪਿੰਗ ਫਾਰਮ 'ਤੇ। ਉਦੋਂ ਡੇਂਗੂ ਹੋ ਗਿਆ ਉਹਨਾਂ ਨੂੰ ਉੱਥੇ, ਅਤੇ ਜਿਸ ਹਾਲਾਤ 'ਚ ਉਹਨਾਂ ਨੂੰ ਐਮਰਜੈਂਸੀ ਲਈ ਉਹਨਾਂ ਨੂੰ ਘਰ ਆਉਣਾ ਪਿਆ, ਅਤੇ ਉੱਥੇ ਫਾਰਮ ਦੇ ਉੱਪਰ ਉਦੋਂ ਸੀਜ਼ਨ ਚੱਲ ਰਿਹਾ ਸੀ, ਅਤੇ ਮਜਬੂਰਨ ਮੈਨੂੰ ਘਰੋਂ ਟ੍ਰੇਨ 'ਚ ਬੈਠ ਕੇ ਫਾਰਮ 'ਤੇ ਜਾਣਾ ਪਿਆ ਉੱਥੇ। ਅਤੇ ਜਦੋਂ ਫਾਰਮ 'ਤੇ ਉੱਥੇ ਰਹੇ, ਥੋੜ੍ਹੇ ਉੱਥੋਂ ਦੇ ਲਾਗੇ ਬੰਨੇ ਲੋਕਾਂ ਨਾਲ ਮਿਲੇ, ਥੋੜ੍ਹਾ ਲੱਗਾ ਵੀ ਹਾਂ ਬੀ ਕੀਪਿੰਗ ਜਿਸ ਤਰ੍ਹਾਂ ਮੈਂ ਸੋਚਦਾ ਸੀ ਉਸ ਤਰ੍ਹਾਂ ਦੀ ਨਹੀਂ ਹੈਗੀ। ਹਾਂ, ਕਠਿਨਾਈ ਜ਼ਰੂਰ ਹੁੰਦੀ ਆ, ਆਪਾਂ ਘਰੋਂ ਬਾਹਰ ਰਹਿੰਦੇ ਹਾਂ, ਮਤਲਬ ਉੱਦਾਂ ਦਾ ਮਾਹੌਲ ਚਾਲ ਨਹੀਂ ਮਿਲਦਾ ਜਿਸ ਤਰ੍ਹਾਂ ਅਸੀਂ ਘਰਾਂ 'ਚ ਦੇਖਦੇ ਹਾਂ, ਕੁਛ ਪਰੇਸ਼ਾਨੀ ਹੁੰਦੀਆਂ ਨੇ। ਲੇਕਿਨ ਜਦੋਂ ਸਾਨੂੰ ਸਾਡੇ ਕੰਮ 'ਚ ਦਿਲ ਲੱਗ ਜਾਂਦਾ ਹੈ, ਸਾਨੂੰ ਪੈਸਾ ਆਉਣਾ ਸ਼ੁਰੂ ਹੋ ਜਾਂਦਾ ਹੈ, ਅਤੇ ਇਸ ਕੰਮ ਵਰਗਾ ਕੋਈ ਕੰਮ ਹੀ ਨਹੀਂ ਹੈਗਾ। ਕਿਉਂਕਿ ਇਹਦੇ 'ਚ ਇਹ ਹੁੰਦਾ ਵੀ ਅਸੀਂ ਫਾਰਮ ਦਾ ਆਪਣਾ ਸੈਟਅਪ ਕਰ ਲੈਣਾ, ਔਰ ਸੈਟਅਪ ਕਰਨ ਤੋਂ ਬਾਅਦ ਲੇਬਰ ਦੇ ਬੰਦੇ ਅਸੀਂ ਨਾਲ ਰੱਖ ਲਈਦੇ ਆ। ਲੇਬਰ ਦੇ ਬੰਦੇ ਰੱਖਣ ਤੋਂ ਬਾਅਦ ਉਹ ਕੰਮ ਕਰਦੇ ਰਹਿੰਦੇ ਨੇ, ਅਸੀਂ ਉਹਨਾਂ ਕੋਲ ਕੰਮ ਕਰਵਾਈ ਜਾਣਾ, ਅਤੇ ਹੌਲੀ ਹੌਲੀ ਜਿਹੜੀ ਸ਼ਹਿਦ ਦੀ ਪ੍ਰੋਡਕਸ਼ਨ ਹੁੰਦੀ ਸੀ ਉਹਨੂੰ ਅਸੀਂ ਸਟੋਰ ਕਰ ਲੈਣਾ। ਇਹਦੀ ਕੀ ਵਿਧੀ ਕੀ ਹੈ ਜੀ? ਕਿਸ ਤਰ੍ਹਾਂ ਸ਼ਹਿਦ ਦੀਆਂ ਮੱਖੀਆਂ ਜਿਹੜੀਆਂ ਹੈਗੀਆਂ ਪਾਲੀਆਂ ਜਾਂਦੀਆਂ ਨੇ, ਔਰ ਕਿਸ ਤਰ੍ਹਾਂ ਉਹਨਾਂ ਤੋਂ ਸ਼ਹਿਦ ਲਿਆ ਜਾਂਦਾ, ਔਰ ਕਿੰਨੀ ਕਿਸਮ ਦੀਆਂ ਮੱਖੀਆਂ ਜਿਹੜੀਆਂ ਹੈਗੀਆਂ ਤੁਹਾਡੇ ਇਸ ਫਾਰਮਿੰਗ 'ਚ ਹੈਗੀਆਂ ਜਿਹੜੀਆਂ ਤੁਸੀਂ ਪਾਲ ਰਹੇ ਜੇ? ਸਭ ਤੋਂ ਪਹਿਲਾਂ ਤਾਂ ਮਧੂਮੱਖੀ ਪਾਲਣ ਲਈ ਇਹਦੀ ਟ੍ਰੇਨਿੰਗ ਹੋਣੀ ਜ਼ਰੂਰੀ ਹੈ।
ਤੇ ਟ੍ਰੇਨਿੰਗ ਲਈ ਸਾਨੂੰ ਪੰਜਾਬ ਦੇ ਵਿੱਚੋਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵੱਲੋਂ ਟ੍ਰੇਨਿੰਗ ਕਰਵਾਈ ਜਾਂਦੀ ਆ। ਹਰ ਜ਼ਿਲ੍ਹੇ ਦੇ ਵਿੱਚ ਕ੍ਰਿਸ਼ੀ ਵਿਗਿਆਨ ਕੇਂਦਰ ਜਾਂ ਬਾਗਬਾਨੀ ਵਿਭਾਗ ਹੁੰਦੇ ਨੇ, ਉੱਥੋਂ ਹੀ ਇਹ ਟ੍ਰੇਨਿੰਗ ਸਾਰਿਆਂ ਨੂੰ ਮਿਲ ਜਾਂਦੀ ਆ। 6 ਜਾਂ 7 ਦਿਨ ਦੀ ਟ੍ਰੇਨਿੰਗ ਹੁੰਦੀ ਆ, ਕੋਈ ਉਹ ਚਾਰਜਸ ਜਾਂ ਖਰਚਾ ਨਹੀਂ ਲੈਂਦੇ। ਉਹ ਟ੍ਰੇਨਿੰਗ ਲੈਣ ਤੋਂ ਬਾਅਦ ਸਰਟੀਫਿਕੇਟ ਮਿਲ ਜਾਏਗਾ। ਗੌਰਮੈਂਟ ਵੀ ਕੁਝ ਤੁਹਾਨੂੰ ਬਾਕਸ ਦੇ ਸਕਦੀ ਆ ਸਬਸਿਡੀ ਦੇ, ਉਸ ਟਾਈਮ ਦੇ ਨਾਲ ਅਗਰ ਸਕੀਮ ਚੱਲਦੀ ਹੋਏਗੀ। ਤੇ ਉਸ ਤੋਂ ਬਾਅਦ ਤੁਸੀਂ 5 ਜਾਂ 10 ਬਾਕਸ ਲੈ ਕੇ ਬੀਕੀਪਿੰਗ ਸਟਾਰਟ ਕਰ ਸਕਦੇ ਹੋ। ਇਸ ਦੇ ਵਿੱਚ ਸਭ ਤੋਂ ਅਹਿਮ ਰੋਲ ਹੁੰਦਾ ਹੈ ਰਾਣੀ ਮੱਖੀ ਦਾ। ਤੇ ਸਾਨੂੰ ਇੱਕ ਇਹ ਚੀਜ਼ ਵੀ ਅਹਿਮ ਰੋਲ ਅਦਾ ਕਰਦੀ ਹੈ ਕਿ ਜਿਸ ਜਗ੍ਹਾ ਤੇ ਬਾਕਸ ਰੱਖੇ ਹੋਏ ਨੇ ਉੱਥੇ ਲਾਗੇ ਫੁੱਲ ਕਿਹੜੇ ਨੇ। ਅਗਰ ਉੱਥੇ ਦੇ ਫੁੱਲ ਅੱਛੇ ਨੇ, ਮਧੂ ਮੱਖੀਆਂ ਫੁੱਲਾਂ 'ਤੇ ਵਰਕ ਕਰ ਰਹੀਆਂ ਨੇ ਤੇ ਉਹਨਾਂ ਦੀ ਗਰੋਥ ਵੱਧ ਰਹੀ ਹੈ, ਫਿਰ ਸ਼ਹਿਦ ਵੀ ਆਏਗਾ। ਤੇ ਸ਼ਹਿਦ ਆਏਗਾ ਤੇ ਅਸੀਂ ਜਿਸ ਕੰਮ ਲਈ ਬਿਜ਼ਨਸ ਕੀਤਾ ਸਾਡਾ ਮੁਨਾਫਾ ਵੀ ਹੋਏਗਾ। ਅਗਰ ਜਿਸ ਜਗ੍ਹਾ ਬਕਸੇ ਰੱਖੇ ਹੋਏ ਨੇ ਅਗਰ ਉੱਥੇ ਕੋਈ ਫੁੱਲਾਂ ਦਾ ਸੋਰਸ ਨਹੀਂ ਹੈਗਾ ਤੇ ਮਧੂ ਮੱਖੀਆਂ ਬਹੁਤ ਹੀ ਜਲਦੀ ਸਾਰੀਆਂ ਖਤਮ ਹੋ ਜਾਣਗੀਆਂ ਜਾਂ ਉੱਡ ਜਾਣਗੀਆਂ, ਜਿਸ 'ਚ ਸਾਡਾ ਨੁਕਸਾਨ ਹੋਏਗਾ। ਜਿਸ ਤਰ੍ਹਾਂ ਕਿ ਜਿੱਥੇ ਅਸੀਂ ਖੜੇ ਹਾਂ ਇੱਥੇ ਵੀ ਬਾਕਸ ਤਕਰੀਬਨ ਕਿੰਨੇ ਕੁ ਲੱਗੇ ਨੇ ਔਰ ਕਿੱਥੇ ਕਿੱਥੇ ਤੁਹਾਡੇ ਲੱਗੇ ਨੇ, ਕਿਸ ਤਰ੍ਹਾਂ ਦੇ ਲੱਗੇ ਨੇ ਔਰ ਕਿੰਨਾ ਕੁ ਬਿਜ਼ਨਸ ਜਿਹੜਾ ਹੈਗਾ ਤੁਹਾਡਾ ਇਸ ਚੀਜ਼ ਨੂੰ ਲੈ ਕੇ ਅਗਰ ਗੱਲ ਕਰਦੇ ਹਾਂ ਗਰੋ ਕਰ ਰਿਹਾ, ਥੋੜ੍ਹਾ ਜਿਹਾ ਡਿਟੇਲ ਦੇ ਵਿੱਚ ਦੱਸੋ। ਇਸ ਜਗ੍ਹਾ ਤੇ ਅਸੀਂ ਇੱਕ ਫਾਰਮ ਲਗਾਇਆ ਹੋਇਆ, ਇੱਥੇ ਤਕਰੀਬਨ 210 ਦੇ ਕਰੀਬ ਮਧੂ ਮੱਖੀਆਂ ਦੇ ਬਕਸੇ ਨੇ। ਔਰ ਜਿਹੜਾ ਇੱਕ ਫਾਰਮ ਤੋਂ ਦੂਸਰੇ ਫਾਰਮ ਦੀ ਦੂਰੀ ਘੱਟੋ ਘੱਟ ਵੀ 2.5 ਜਾਂ 3 ਕਿਲੋਮੀਟਰ ਦੇ ਵਿੱਚ ਹੋਣੀ ਚਾਹੀਦੀ ਆ। ਔਰ ਦੂਸਰੀ ਜਗ੍ਹਾ ਅਸੀਂ ਫਿਰ 120 ਬਾਕਸ ਲਗਾਏ ਹੋਏ ਨੇ, ਫਿਰ ਇੱਕ ਜਗ੍ਹਾ ਹੋਰ ਲਗਾਏ ਹੋਏ ਨੇ। ਮੇਰੇ ਘਰ ਤੋਂ ਇਸ ਤਰ੍ਹਾਂ ਨਹਿਰ ਜਾਂਦੀ ਹੈ, ਨਹਿਰ ਦੇ ਨਾਲ ਨਾਲ ਛਾਂ ਹੁੰਦੀ ਹੈ। ਤੇ ਇਹਨਾਂ ਦਿਨਾਂ 'ਚ ਗਰਮੀਆਂ 'ਚ ਨਾ ਸਾਡਾ ਆਫ ਸੀਜ਼ਨ ਹੁੰਦਾ, ਤੇ ਆਫ ਸੀਜ਼ਨ 'ਚ ਅਸੀਂ ਇਹਨੂੰ ਕੋਸ਼ਿਸ਼ ਕਰੀਦਾ ਵੀ ਆਪਣੇ ਘਰ ਹੀ ਰੱਖੀਏ। ਐਰਕੀ ਲੋਕਡਾਊਨ ਕਰਕੇ ਅਸੀਂ ਸ਼੍ਰੀਨਗਰ ਨਹੀਂ ਜਾ ਸਕੇ, ਨਹੀਂ ਤੇ ਅਸੀਂ ਕੋਸ਼ਿਸ਼ 2-3 ਸਾਲ ਤੋਂ ਕਰ ਰਹੇ ਸੀ ਵੀ ਇਹਨਾਂ ਨੂੰ ਠੰਡੇ ਏਰੀਏ 'ਚ ਲੈ ਜਾਈਏ, ਜਿੱਥੇ ਇਹਨਾਂ 'ਚ ਵਾਧਾ ਹੋ ਸਕੇ, ਸਾਨੂੰ ਉੱਥੇ ਵੀ ਕਸ਼ਮੀਰ 'ਚ ਪਹਾੜਾਂ 'ਚ ਵਧੀਆ ਸ਼ਹਿਦ ਮਿਲ ਸਕੇ। ਔਰ ਹੁਣ ਲੋਕਡਾਊਨ ਦੇ ਚੱਕਰ 'ਚ ਜਾਂ ਕੋਵਿਡ-19 ਦੇ ਚੱਕਰ 'ਚ ਅਸੀਂ ਇਹਨੂੰ ਇੱਥੇ ਹੀ ਰਹਿ ਗਏ। ਫਿਰ ਇੱਥੇ ਅਸੀਂ ਇਹਨਾਂ ਦੀ ਦੇਖਭਾਲ ਕੀਤੀ, ਲਾਗੇ ਪਾਣੀ ਦਾ ਸੋਰਸ ਹੈਗਾ ਨਹਿਰ 'ਚ, ਲਾਗੇ ਇੱਥੇ ਬਰਸੀਮ ਦੇ ਫੁੱਲ ਸੀ, ਜਾਮੁਨਾਂ ਦੇ ਪੇੜ ਹੈਗੇ ਨੇ, ਇਹਨਾਂ ਤੋਂ ਬੜਾ ਅੱਛਾ ਇਹਨਾਂ ਨੂੰ ਖਾਣ ਪੀਣ ਦਾ ਭੋਜਨ ਇਹਨਾਂ ਦਾ ਪ੍ਰਾਪਤ ਹੋ ਗਿਆ। ਤਾਂ ਹੁਣ ਜਿਹੜਾ ਅਸੀਂ ਇਸ ਤੋਂ ਬਾਅਦ ਅਸੀਂ ਬਰਸਾਤ ਦੇ ਦਿਨਾਂ ਵਿੱਚ ਅਸੀਂ ਇਸ ਨੂੰ ਰਵਾੜੀ ਹਰਿਆਣੇ ਸ਼ਿਫਟ ਕਰਾਂਗੇ। ਉੱਥੇ ਬਾਜਰੇ ਦੀ ਬਿਜਾਈ ਕਾਫੀ ਅੱਛੀ ਆ ਔਰ ਉੱਥੇ ਨਾਲ ਕਪਾਹ, ਜਿਸ ਤੋਂ ਆਪਾਂ ਕੋਟਨ ਪਲਾਂਟ ਜਾਂ ਆਪਾਂ ਨਰਮਾ ਵੀ ਉਹਨੂੰ ਕਹਿ ਦਿੰਦੇ ਹਾਂ, ਉੱਥੋਂ ਇਹਨਾਂ ਦਾ ਭੋਜਨ ਸਟਾਰਟ ਹੋ ਜਾਏਗਾ। ਫਿਰ ਸਾਡੇ 2 ਮਹੀਨੇ ਉੱਥੇ ਬਹੁਤ ਆਰਾਮ ਨਾਲ ਨਿਕਲ ਜਾਣਗੇ। ਪਵਨਦੀਪ ਜੀ, ਇੱਕ ਚੀਜ਼ ਦੱਸੋ ਕਿ ਜਿਸ ਤਰ੍ਹਾਂ ਕਿ ਅੱਜ ਕੱਲ੍ਹ ਅਸੀਂ ਦੇਖ ਰਹੇ ਹਾਂ ਕਿ ਜਿੰਨੇ ਵੀ ਸਾਡੇ ਖਾਸ ਕਰਕੇ ਭਾਰਤ ਦੇ ਜਿੰਨੇ ਵੀ ਨੌਜਵਾਨ ਨੇ, ਆਪਾਂ ਪੰਜਾਬ ਦੀ ਗੱਲ ਹੀ ਕਰਦੇ ਹਾਂ, ਤੇ ਸਾਰੇ ਪੜ੍ਹ ਲਿਖ ਕੇ ਤੇ ਬਾਹਰ ਜਾਣਾ ਚਾਹੁੰਦੇ ਨੇ ਔਰ ਬਾਹਰ ਦੀ ਔੜ ਦੇ ਵਿੱਚ ਲੱਗੇ ਨੇ। ਕੀ ਤੁਹਾਡਾ ਦਿਲ ਨਹੀਂ ਕੀਤਾ ਕਿ ਮੈਂ ਬਾਹਰ ਜਾਵਾਂ, ਜਾਂ ਕੀ ਉਹਨਾਂ ਨੂੰ ਕਹੋਗੇ ਕਿ ਜਿਹੜੇ ਲੋਕੀ ਕਹਿੰਦੇ ਆ ਕਿ ਇੱਥੇ ਇੰਡੀਆ 'ਚ ਕੰਮ ਨਹੀਂ ਹੈਗਾ, ਭਾਰਤ ਵਿੱਚ ਕੰਮ ਨਹੀਂ ਹੈਗਾ, ਪੰਜਾਬ 'ਚ ਕੰਮ ਨਹੀਂ ਹੈਗਾ, ਕੀ ਇੱਕ ਕਹੋਗੇ ਉਹਨਾਂ ਨੂੰ? ਦੇਖੋ ਜੀ, ਮੇਰਾ ਤਾਂ ਖੁਦ ਦਾ ਐਕਸਪੀਰੀਅੰਸ ਆ। ਮੈਂ ਖੁਦ ਦੂਸਰੇ ਨੌਜਵਾਨਾਂ ਵਾਂਗੂ ਸੋਚਦਾ ਸੀ ਵੀ ਸਭ ਤੋਂ ਪਹਿਲਾਂ ਤਾਂ ਵਰਕ ਪਰਮਿਟ 'ਤੇ ਬਾਹਰ ਜਾਵਾਂ। ਵਰਕ ਪਰਮਿਟ 'ਤੇ ਨਾ ਜਾਵਾਂ ਤੇ ਮੈਂ ਆਈਲੈਟਸ ਕਰ ਲਾਂ, ਆਈਲੈਟਸ ਕਰਕੇ ਜਾ ਕੇ ਉੱਥੇ ਆਪਣਾ ਸੈਟਅਪ ਕਰਾਂ। ਲੇਕਿਨ ਇੱਕ ਨਹੀਂ ਮੇਰਾ ਉੱਦਾਂ ਦਾ ਕੰਮ ਬਣ ਸਕਿਆ, ਤੇ ਬਾਅਦ ਦੇ ਵਿੱਚੋਂ ਫਿਰ ਇਹ ਸੋਚਿਆ ਕਿ ਹੁਣ ਜੋਬ ਨਹੀਂ ਮਿਲ ਸਕੀ, ਆਪਣਾ ਬਿਜ਼ਨਸ ਕਰਾਂਗੇ, ਕੋਈ ਦੁਕਾਨ ਲਵਾਂਗੇ ਜਾਂ ਕਿਰਾਏ 'ਤੇ ਲਵਾਂਗੇ, ਆਪਣਾ 20-25 ਲੱਖ ਦਾ ਮਾਲ ਪਾਵਾਂਗੇ, ਲੋਕਾਂ ਨੂੰ ਉਧਾਰ ਵੀ ਦੇਵਾਂਗੇ, ਪਤਾ ਨਹੀਂ ਬਹੁਤ ਸਾਰੀਆਂ ਕੀ ਮੁਸ਼ਕਲਾਂ ਸੋਚੀਆਂ। ਫਿਰ ਬਾਅਦ 'ਚੋਂ ਇੱਕ ਜਿਹੜਾ ਲੁਧਿਆਣੇ ਯੂਨੀਵਰਸਿਟੀ ਐਗਰੀਕਲਚਰ ਯੂਨੀਵਰਸਿਟੀ ਜੋ ਉਪਰਾਲਾ ਸੀ ਵੀ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਮੱਛੀ ਪਾਲਣ, ਸੂਰ ਪਾਲਣ, ਬੱਕਰੀ ਪਾਲਣ, ਮਧੂ ਮੱਖੀ ਪਾਲਣ ਜਾਂ ਹੋਰ ਵੀ ਜੋ ਕੀਤਾ, ਉਹ ਗਾਵਾਂ ਦੀ ਡੇਅਰੀ, ਮੱਝਾਂ ਦੀ ਡੇਅਰੀ, ਜੋ ਵੀ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਵੇ ਤੇ ਉਹਨਾਂ ਦੀ ਨਾਲ ਸਹਾਇਤਾ ਕੀਤੀ ਜਾਵੇ। ਜਿਸ ਵਿੱਚ ਤੇ ਮੈਂ ਸਾਰਿਆਂ ਨੂੰ ਇਹੀ ਕਹਾਂਗਾ ਵੀ ਜਿਹੜੇ ਨੌਜਵਾਨ ਬਾਹਰ ਜਾਣ ਦੇ ਚੱਕਰ 'ਚ ਆਪਣਾ ਪੈਸਾ ਬਰਬਾਦ ਕਰ ਰਹੇ ਨੇ, ਹੁਣ ਕੋਈ 10 ਲੱਖ ਬਰਬਾਦ ਕਰ ਰਿਹਾ, ਸੁਣ 'ਚ ਆ ਰਿਹਾ, ਕੋਈ 2 ਲੱਖ 5 ਲੱਖ, ਏਜੰਟਾਂ ਨਾਲ ਅੱਜ ਕੱਲ੍ਹ ਕਿੰਨੀ ਏਜੰਟ ਲੋਕ ਨੌਜਵਾਨਾਂ ਨੂੰ ਧੋਖੇਬਾਜ਼ੀ ਕਰ ਰਹੇ ਨੇ। ਅਗਰ ਉਹ ਪੈਸਾ ਬਾਹਰ ਲਾਉਣ ਦੇ ਚੱਕਰ ਦੇ ਬਜਾਏ ਅਗਰ ਉਹ ਪੈਸਾ ਇਸ ਕੰਮ ਜਾਂ ਹੋਰ ਕਿਸੇ ਆਪਣੇ ਐਗਰੀਕਲਚਰ ਸਾਈਡ ਬਿਜ਼ਨਸ ਲਗਾ ਲੈਣ ਤੇ ਉਹਨਾਂ ਨੂੰ ਬੜੀ ਅੱਛੀ ਇਹਦੀ ਮਤਲਬ ਇਨਕਮ ਹੋ ਸਕਦੀ ਆ। ਜਿਸ ਤਰ੍ਹਾਂ ਕਿ ਅਸੀਂ ਲਾਸਟ ਕੁਛ ਦਿਨ ਨਹੀਂ ਹੋ ਗਏ ਆ, ਕੁਛ ਕੋਈ ਇਸ ਤਰ੍ਹਾਂ ਦੇ ਬਹੁਤ ਸਾਰੇ ਬੱਚੇ ਸੀ ਜਿਹੜੇ ਬਾਹਰ ਗਏ ਸੀ, ਲੇਕਿਨ ਬਾਹਰ ਜਾ ਕੇ ਏਜੰਟ ਦੇ ਜਿਹੜੇ ਝਾਂਸੇ ਵਿੱਚ ਆ ਕੇ ਉਹ ਉਹਨਾਂ ਨੇ ਜਿੱਦ ਕੀਤੀ, ਉਹਨਾਂ ਦੇ ਮਾਂ ਪਿਓ ਨੇ ਕੁਛ ਨਾ ਕੁਛ ਵੇਚ ਕੇ ਜਾਂ ਕੁਛ ਇਸ ਤਰ੍ਹਾਂ ਦੇ ਕਰਜ਼ਾਈ ਵੀ ਬਹੁਤ ਸਾਰੇ ਜਿਹੜੇ ਹੈਗੇ ਆ ਪੇਰੈਂਟਸ ਜਿਹੜੇ ਇਸ ਤਰ੍ਹਾਂ ਕਰਜ਼ਾਈ ਵੀ ਹੋ ਜਾਂਦੇ ਨੇ, ਲੇਕਿਨ ਉੱਥੇ ਜਾ ਕੇ ਜੋ ਬਹੁਤ ਜ਼ਿਆਦਾ ਜਿੱਥੇ ਜਾਣਾ ਸੀ ਉੱਥੇ ਜਾ ਨਹੀਂ ਸਕੇ। ਅਤੇ ਇਸ ਤਰ੍ਹਾਂ ਦੇ ਏਜੰਟ ਵੀ ਜਿਹੜੇ ਹੈਗੇ ਆ ਬਹੁਤ ਸਾਰੀਆਂ ਜਿਹੜੀਆਂ ਧਾਂਦਲੀਆਂ ਕਰ ਰਹੇ ਨੇ, ਜਿਹਦੇ ਵਿੱਚ ਬਹੁਤ ਸਾਰੇ ਬੱਚੇ ਕੀ ਕਹਿੰਦੇ ਕਿ ਆਪਣੀ ਜੀਵਨ ਲੀਲਾ ਵੀ ਖ਼ਤਮ ਕਰ ਚੁੱਕੇ ਨੇ। ਕੀ ਕਹੋਗੇ ਇਸ ਬਾਰੇ? ਦੇਖੋ ਜੀ, ਇਹ ਤਾਂ ਬਹੁਤ ਮਾੜੀ ਗੱਲ ਹੈ ਸਾਡੇ ਪੰਜਾਬ ਲਈ ਕਿ ਸਾਡੇ ਪੰਜਾਬ ਦੇ ਜਿਹੜੇ ਨੌਜਵਾਨ ਲੜਕੇ ਲੜਕੀਆਂ
ਜਿਹੜੇ ਬਾਹਰ ਜਾਣ ਦੇ ਚੱਕਰ 'ਚ ਆਪਣੇ ਤੇ ਇੱਕ ਮਾਂ ਪਿਓ ਨੂੰ ਬੇਸਹਾਰਾ ਇੱਥੇ ਛੱਡ ਕੇ ਜਾ ਰਹੇ ਨੇ, ਉਹਨਾਂ ਦਾ ਪੈਸਾ ਵੀ ਬਰਬਾਦ ਕਰ ਰਹੇ ਨੇ ਤੇ ਇੱਕ ਬਾਹਰ ਜਾ ਕੇ ਵੀ ਆਪਣਾ ਸੈਟਅਪ ਨਹੀਂ ਕਰ ਪਾਉਂਦੇ, ਉੱਥੇ ਵੀ 5-5 10-10 ਸਾਲ ਘਰੇ ਨਹੀਂ ਆਉਂਦੇ, ਏਜੰਟਾਂ ਦੇ ਚੱਕਰਾਂ 'ਚ ਫਸ ਕੇ ਆਪਣੀ ਜ਼ਿੰਦਗੀ ਖਰਾਬ ਕਰ ਲੈਂਦੇ ਨੇ। ਤੇ ਆਪਣੀ ਜ਼ਿੰਦਗੀ ਖਰਾਬ ਕਰਨ ਨਾਲੋਂ ਚੰਗਾ ਤੁਸੀਂ ਇੱਥੇ ਅਗਰ ਪੰਜਾਬ 'ਚ ਹੀ ਰਹਿ ਕੇ ਤੁਸੀਂ ਥੋੜ੍ਹੀ ਘੱਟ ਵੀ ਕਮਾ ਲਓਗੇ ਤੇ ਇੱਥੇ ਹੀ ਤੁਸੀਂ ਬੜਾ ਵਧੀਆ ਕੰਮ ਕਰ ਸਕਦੇ ਹੋ। ਇੱਕ ਤੇ ਆਪਣੇ ਘਰ ਰਹੋਗੇ, ਇੱਕ ਤੁਸੀਂ ਆਪਣੇ ਪੰਜਾਬ ਦਾ ਜਿਹੜਾ ਅੱਜ ਕੱਲ੍ਹ ਦੇਖੋ ਕਿੰਨਾ ਜ਼ੋਰ ਚੱਲ ਰਿਹਾ ਵੀ ਸਾਡੇ ਦੇਸ਼ ਦੇ ਜਿਹੜੇ ਪ੍ਰਾਈਮ ਮਿਨਿਸਟਰ ਉਹ ਵੀ ਕਹਿ ਰਹੇ ਨੇ ਸਵਦੇਸ਼ੀ ਨੂੰ ਉਤਸ਼ਾਹਿਤ ਕਰੋ, ਤੇ ਜਿਹੜੇ ਇਹੀ ਪ੍ਰੋਡਕਟ ਨੇ ਜਿਸ ਤਰ੍ਹਾਂ ਮੰਨ ਲਓ ਵੀ ਜਿਹੜੇ ਸਵਦੇਸ਼ੀ ਦੇ ਵਿੱਚ ਆਉਂਦੇ ਨੇ ਤੇ ਅਸੀਂ ਇਹ ਆਪਣੇ ਦੇਸ਼ ਨੂੰ ਵੀ ਮਤਲਬ ਔਰ ਆਪਣੇ ਜਿਹੜੀ ਇਨਕਮ ਨੂੰ ਵੀ ਅਸੀਂ ਇਹਦੇ 'ਚ ਕੁਝ ਆਪਣਾ ਯੋਗਦਾਨ ਦੇ ਸਕਦੇ ਹਾਂ। ਤੁਸੀਂ ਕੀ ਸਮਝਦੇ ਕਿ ਬਹੁਤ ਸਾਰੇ ਬੱਚੇ ਜਿਹੜੇ ਹੈਗੇ ਕਈ ਬਾਹਰ ਜਿਹੜੇ ਜਾ ਨਹੀਂ ਸਕੇ ਉਹਨਾਂ ਨੇ ਸੁਸਾਈਡ ਵੀ ਕਰ ਲਏ ਸੀ। ਅਗਰ ਅਸੀਂ ਚਾਹੁੰਦੇ ਹਾਂ ਕਿ ਅਗਰ ਇਹ ਤੁਹਾਡੀ ਜਿਹੜੀ ਹੈਗੀ ਹੈ ਜੋ ਤੁਸੀਂ ਕਰ ਰਹੇ ਜੇ ਤੁਹਾਡੀ ਇਹ ਵੀਡੀਓ ਵੇਖਦੇ ਆ ਬੱਚੇ ਤੇ ਕੁਝ ਨਾ ਕੁਝ ਸਿੱਖ ਪਾਉਣਗੇ, ਲੇਕਿਨ ਫਿਰ ਵੀ ਤੁਸੀਂ ਕੀ ਕਹਿਣਾ ਚਾਹੋਗੇ ਕਿ ਜਿਹੜੇ ਬੱਚੇ ਆਪਣੇ ਆਪ ਨੂੰ ਜਿਹੜਾ ਹੈਗਾ ਬਿਲਕੁਲ ਹੀ ਹੇਠਾਂ ਦੱਬਿਆ ਸਮਝ ਲੈਂਦੇ ਨੇ ਤੇ ਆਪਣੇ ਆਪ ਨੂੰ ਖਤਮ ਕਰ ਲੈਂਦੇ ਨੇ? ਦੇਖੋ ਜੀ, ਸੁਸਾਈਡ ਕਰਨਾ ਕਿਸੇ ਮੁਸ਼ਕਿਲ ਦਾ ਹੱਲ ਨਹੀਂ ਹੁੰਦਾ। ਜਿਹੜੇ ਆਪਣੀ ਜ਼ਿੰਦਗੀ ਤੋਂ ਹਾਰ ਜਾਂਦੇ ਨੇ ਜਾਂ ਜਿਹੜੇ ਕਈ ਲੋਕ ਕਹਿ ਦਿੰਦੇ ਨਿਕਾਰ ਹੁੰਦੇ ਨੇ ਉਹ ਸੁਸਾਈਡ ਕਰ ਲੈਂਦੇ ਨੇ। ਜ਼ਿੰਦਗੀ ਪਰਮਾਤਮਾ ਨੇ ਦਿੱਤੀ ਆ, ਇਹਦੇ 'ਚ ਉਤਰਾਅ ਚੜਾਅ ਤੇ ਆਉਂਦੇ ਹੀ ਰਹਿੰਦੇ ਨੇ। ਲੇਕਿਨ ਦੇਖੋ ਤੁਸੀਂ ਮੇਰੇ ਵੱਲ ਹੀ ਦੇਖੋ, ਮੈਂ ਆਪਣਾ ਵੀ ਬਾਹਰ ਜਾਂਦਾ, ਮੈਂ ਵੀ ਜ਼ੋਰ ਲਗਾਉਂਦਾ ਸੀ, ਪੜ੍ਹਾਈ ਵੀ ਕੀਤੀ ਹੋਈ ਹੈ MA ਲੈਵਲ ਦੀ, ਨੌਕਰੀ ਵੀ ਨਹੀਂ ਮਿਲੀ, ਪਰ ਫਿਰ ਵੀ ਕੀ ਕਰ ਸਕਦਾ ਸੀ ਪਰਿਵਾਰ। ਤੇ ਦੇਖੋ ਫਾਦਰ ਸਾਹਿਬ ਨੇ ਬਿਜ਼ਨਸ ਕੀਤਾ ਹੈ, ਉਹਨਾਂ ਨੇ ਬੜੀ ਅੱਛੀ ਅਸੀਂ ਦੇਖਿਆ ਸਟਰਗਲ ਕੀਤੀ ਹੈ, ਤਾਂ ਹੁਣ ਅਸੀਂ ਸੋਚਦੇ ਸੀ ਵੀ ਅਸੀਂ ਉਹ ਕੰਮ ਨਹੀਂ ਕਰਨਾ ਜਿਸ ਕੰਮ ਤੋਂ ਸਾਡੇ ਪਿਓ ਨੇ ਸਾਨੂੰ ਜਾਇਦਾਦ ਬਣਾ ਦਿੱਤੀ, ਸਾਡੇ ਘਰ ਬਣਾ ਦਿੱਤੇ, ਸਾਡੇ ਮਤਲਬ ਸਾਰੇ ਬੱਚਿਆਂ ਦੇ ਭੈਣਾਂ ਭਰਾਵਾਂ ਦੇ ਵਿਆਹ ਹੋ ਗਏ। ਤੇ ਹੁਣ ਇਹ ਸੋਚਿਆ ਜਾਵੇ ਵੀ ਅਗਰ ਉਸੇ ਕੰਮ ਨੂੰ ਅਸੀਂ ਮੋਡੀਫਾਈ ਕਰ ਲਿਆ ਜਾਵੇ, ਜ਼ਰੂਰੀ ਨਹੀਂ ਵੀ ਤੁਸੀਂ ਅਗਰ ਕੋਈ ਬੰਦਾ ਖੇਤੀਬਾੜੀ ਕਰਦਾ ਹੈ ਜਾਂ ਮਧੂਮੱਖੀ ਪਾਲਣ ਕਰਦਾ ਹੈ, ਉਹ ਕਹਿੰਦਾ ਵੀ ਮੈਂ ਆਪਣੀ ਫਸਲ ਮੰਡੀ 'ਚ ਹੀ ਜਾ ਕੇ ਵੇਚਣੀ ਜਾਂ ਟਰੇਡਰ ਨੂੰ ਦੇਣੀ ਹੈ, ਤੇ ਟਰੇਡਰ ਆ ਜਾ ਕੇ ਕਹੇਗਾ ਵੀ ਮੈਂ ਜੀ ਦੇਖੋ ਜੀ ਇੰਨਾ ਹੀ ਮੁੱਲ ਦੇਣਾ ਤੇ ਤੁਸੀਂ ਜੋ ਕਰਨਾ ਕਰ ਲਓ। ਮੈਂ ਤਾਂ ਇਹ ਚੀਜ਼ ਕਹਿੰਦਾ ਵੀ ਤੁਸੀਂ ਸੋਚੋ ਵੀ ਤੁਸੀਂ ਆਪ ਹੀ ਟਰੇਡਰ ਬਣ ਜਾਓ, ਆਪਣਾ ਹੀ ਮਾਲ ਇੱਥੇ ਵੇਚਿਆ ਜਾਵੇ ਤੇ ਸਾਨੂੰ ਬੈਠੇ ਬਿਠਾਏ ਇੱਥੇ ਬਾਹਰ ਬਣ ਜਾਂਦਾ ਹੈ। ਔਰ ਜਦੋਂ ਦਾ ਤੁਸੀਂ ਸ਼ੁਰੂ ਕੀਤਾ ਜੀ, ਕਿੰਨੀ ਕੁ ਗਰੋਥ ਤੁਸੀਂ ਹੁੰਦੀ ਵੇਖੀ ਹੈ ਆਪਣੀ ਲਾਈਫ ਦੇ ਵਿੱਚ, ਕਿੰਨਾ ਕੁ ਤੁਸੀਂ ਕਮਾ ਲੈਂਦੇ ਜੀ? ਦੇਖੋ ਜੀ, ਜਦੋਂ ਮੈਂ ਕੰਮ ਸਟਾਰਟ ਕੀਤਾ ਸੀ ਮੈਨੂੰ ਸਟਾਰਟਿੰਗ ਤੇ ਪ੍ਰੋਬਲਮ ਇਹ ਆਈਆਂ ਸੀ ਵੀ ਅਸੀਂ ਮਾਲ ਤੇ ਕੱਢ ਲੈਂਦੇ ਆ, ਬਟ ਅਸੀਂ ਇਹਨੂੰ ਸੇਲ ਕਿੱਥੇ ਕਰਨਾ। ਸੇਲ ਕਰਨ ਲਈ ਆ ਜਾ ਕੇ ਸਾਨੂੰ ਜਾਣਾ ਪੈਂਦਾ ਸੀ ਟਰੇਡਰ ਜਾਂ ਜਿਹੜੇ ਸਾਡੇ ਵਿੱਚ ਵਿਚੋਲੇ ਆਉਂਦੇ ਨੇ ਜਿਹੜੇ ਕੰਪਨੀਆਂ ਨੂੰ ਮਾਲ ਦਿੰਦੇ ਨੇ, ਉਹਨਾਂ ਨੇ ਆਪਣੇ ਵੀ ਮੁਨਾਫਾ ਕਰਨਾ, ਸਾਰਾ ਕੁਝ ਕਰਨਾ। ਤੇ ਬੜੀ ਪ੍ਰੋਬਲਮ ਆਈ ਵੀ ਅਸੀਂ ਫਾਰਮਰ ਤੇ ਹੈਗੇ ਆ ਲੇਕਿਨ ਅਸੀਂ ਆਪਣਾ ਮਾਲ ਖੁਦ ਨਹੀਂ ਸੇਲ ਕਰ ਸਕਦੇ। ਲੇਕਿਨ ਹੌਲੀ ਹੌਲੀ ਦੇਖਿਆ ਵੀ ਜਿਸ ਤਰ੍ਹਾਂ ਹੋਰ ਕੰਪਨੀਆਂ ਜਾਂ ਆਪਣਾ ਮਾਲ ਪੈਕਿੰਗ ਕਰਦੀਆਂ ਨੇ, ਸਭ ਤੋਂ ਪਹਿਲਾਂ ਆਪਣੇ ਮਾਲ ਨੂੰ ਆਪ ਪੈਕ ਕਰੋ। ਅਗਰ ਪੈਕ ਤੁਸੀਂ ਆਪਣਾ ਬਲਕ 'ਚ ਮਾਲ ਸਾਰਾ ਨਹੀਂ ਪੈਕ ਕਰ ਸਕਦੇ, ਤੁਸੀਂ ਇਹਨੂੰ ਆਪਣੇ ਹੋਰ ਜਿਹੜੇ ਪੈਕਰ ਹੈਗੇ ਨੇ ਉਹਨਾਂ ਤੱਕ ਅਪਰੋਚ ਕਰੋ, ਉਹਨਾਂ ਨੂੰ ਤੁਸੀਂ ਆਪਣਾ ਮਾਲ ਦਿਓ, ਉਹਨਾਂ ਨੂੰ ਆਪਣੇ ਮਾਲ ਦੀ ਪਹਿਚਾਣ ਦੱਸੋ, ਤੁਹਾਡੇ ਕੋਲ ਕੀ ਚੀਜ਼ ਹੈਗੀ ਆ, ਉਹ ਪਿਓਰ ਹੈ, ਸ਼ੁੱਧ ਹੈ, ਉਹਦੇ 'ਚ ਤੁਸੀਂ ਮੰਨ ਲਓ ਕੋਈ ਐਂਟੀਬਾਇਓਟਿਕ ਨਹੀਂ ਹੈਗਾ। ਅਗਰ ਕੋਈ ਫਸਲ ਹੈ ਜਾਂ ਚਾਹੇ ਮਧੂਮੱਖੀ ਜਾਂ ਸ਼ਹਿਦ ਹੀ ਹੈਗਾ ਹੈ ਜਾਂ ਕੁਝ ਦੁੱਧ ਹੈਗਾ, ਕੋਈ ਵੀ ਚੀਜ਼ਾਂ ਹੈਗੀਆਂ ਉਹ 'ਚ ਕੋਈ ਮਿਲਾਵਟ ਨਹੀਂ ਹੈਗੀ, ਅਸੀਂ ਤੁਹਾਨੂੰ ਸ਼ੁੱਧ ਚੀਜ਼ ਦੇਵਾਂਗੇ। ਉਹਨਾਂ ਨੂੰ ਆਪਣੇ ਕਿੱਤੇ ਬਾਰੇ ਸਮਝਾਓ, ਦੇਖੋ ਅਸੀਂ ਫਾਰਮਰ ਹਾਂ, ਵਿੱਚ ਕੋਈ ਵਿਚੋਲਾ ਨਹੀਂ ਆਏਗਾ ਤੇ ਬੇਸ਼ੱਕ ਤੁਹਾਡੀ ਇਨਕਮ 'ਚ 10-20% ਤੇ ਇਜ਼ਾਫਾ ਜ਼ਰੂਰ ਹੋ ਜਾਏਗਾ। ਕੀ ਜਿਸ ਤਰ੍ਹਾਂ ਕਿ ਤੁਸੀਂ ਮਨ ਬਣਾਇਆ ਸੀ ਕਿ ਅਸੀਂ ਬਾਹਰ ਜਾਣਾ, ਜਿੰਨੇ ਪੈਸੇ ਤੁਸੀਂ ਬਾਹਰ ਜਾ ਕੇ ਕਮਾਉਣੇ ਸੀ ਕੀ ਇੱਥੇ ਕਮਾ ਰਹੇ ਜੇ ਕਿ ਜਾਂ ਉਸ ਤੋਂ ਘੱਟ ਹੈ ਜਾਂ ਵੱਧ ਹੈ, ਜਾਂ ਕਿ ਦਿਲ ਨੂੰ ਇੱਕ ਸ਼ਾਂਤੀ ਹੈ ਕਿ ਹਾਂ ਬਈ ਮੈਂ ਜੋ ਇੱਥੇ ਕਰ ਰਿਹਾ, ਜੋ ਮੈਂ ਕੁਝ ਬਾਹਰ ਕਮਾਉਣਾ ਸੀ ਉਹ ਇੱਥੇ ਕਮਾ ਰਿਹਾ? ਔਰ ਉਸ ਬਾਰੇ ਥੋੜ੍ਹਾ ਦੱਸੋ ਕਿ ਕਿਉਂਕਿ ਇਹ ਜਿਹੜੀਆਂ ਗੱਲਾਂ ਹੈਗੀਆਂ ਇੱਕ ਬੜਾ ਵਧੀਆ ਜਿਹੜਾ ਨਾ ਸੰਦੇਸ਼ ਵੀ ਇੱਕ ਦਿੰਦੀਆਂ ਉਹਨਾਂ ਬੱਚਿਆਂ ਨੂੰ, ਉਹਨਾਂ ਨੂੰ ਇੱਕ ਮੋਟੀਵੇਟ ਵੀ ਕਰਦੀਆਂ। ਦੇਖੋ ਜੀ, ਬਾਹਰ ਜਾ ਕੇ ਹਰ ਬੰਦਾ ਇਹੀ ਸੋਚਦਾ ਹੈ ਵੀ ਮੈਂ ਇੰਡੀਆ ਦੇ ਹਿਸਾਬ ਨਾਲ 1 ਲੱਖ ਰੁਪਇਆ ਜਾਂ 2 ਲੱਖ ਰੁਪਇਆ ਮਹੀਨਾ ਕਮਾ ਲਾਂਗਾ, ਜਦ ਕਿ ਉਹ ਇੰਡੀਆ ਦਾ ਹੀ 1-2 ਲੱਖ ਰੁਪਇਆ ਬਣਦਾ। ਬਾਹਰ ਬਹੁਤ ਮਿਹਨਤ ਕਰਨੀ ਪੈਂਦੀ ਹੈ, ਭੁੱਖੇ ਵੀ ਰਹਿਣਾ ਪੈਂਦਾ ਹੈ, ਗੱਡੀਆਂ ਧੋਣੀਆਂ ਪੈਂਦੀਆਂ, ਬੜਾ ਕੁਝ ਕਰਨਾ ਪੈਂਦਾ। ਤੇ ਇੰਡੀਆ 'ਚ ਇਹ ਸੋਚ ਹੁੰਦੀ ਵੀ ਅਗਰ ਚਲੋ ਅਸੀਂ ਆਪਣਾ ਬਿਜ਼ਨਸ ਜਾਂ ਕੋਈ ਐਗਰੀਕਲਚਰ ਦਾ ਕੰਮ ਨਹੀਂ ਕਰਾਂਗੇ, ਸਾਨੂੰ ਸਰਕਾਰੀ ਨੌਕਰੀ ਮਿਲ ਜੇ। ਤੇ ਇੱਕ ਸਰਕਾਰੀ ਨੌਕਰੀ ਵਾਲੇ ਦੀ ਤਨਖਾਹ ਕਿੰਨੀ ਹੁੰਦੀ ਆ, ਮੰਨ ਲਓ 15-20-25 ਜਾਂ ਹੱਦ ਤੋਂ ਹੱਦ 50-60 ਜਾਂ 70 ਹਜ਼ਾਰ ਹੋ ਜਾਏਗੀ, ਜਿਹੜੀ ਅੱਜ ਕੱਲ੍ਹ ਅਸੀਂ ਸੁਣਦੇ ਹਾਂ ਵੀ ਉਹਦੀ ਇੰਨੀ ਤਨਖਾਹ, ਜਾਂ ਅੱਜ ਕੱਲ੍ਹ ਗੌਰਮੈਂਟ ਠੇਕੇ 'ਤੇ ਵੀ ਭਰਤੀ ਕਰਦੀ ਆ। ਤੇ ਆਪਣੇ ਬਿਜ਼ਨਸ 'ਚ ਇਹ ਹੁੰਦਾ ਵੀ ਬੇਸ਼ੱਕ ਸਟਾਰਟਿੰਗ 'ਤੇ ਅਸੀਂ 5 ਜਾਂ 10 ਜਾਂ 15 ਹਜ਼ਾਰ ਮਹੀਨਾ ਕਮਾਵਾਂਗੇ, ਲੇਕਿਨ ਅਸੀਂ ਉਹਨੂੰ ਅਗਰ ਜ਼ਿਆਦਾ ਆਪਣੇ ਉਹ 'ਚ ਕਾਮਯਾਬ ਹੁੰਦੇ ਹਾਂ, ਸਾਨੂੰ ਹੋਰ ਬਾਇਰਸ ਮਿਲਦੇ ਨੇ। ਤੇ ਅੱਜ ਦੇ ਟਾਈਮ 'ਚ ਮੈਂ ਕਿਸੇ ਟਾਈਮ ਮੇਰੇ ਕੋਲ ਇਸਨੇ ਕਸਟਮਰ ਹੁੰਦੇ ਪਏ ਮਹੀਨੇ ਦਾ ਲੱਖ ਰੁਪਇਆ ਵੀ ਕਮਾ ਲੈਂਦਾ। ਕਿਸੇ ਟਾਈਮ ਇਸ ਤਰ੍ਹਾਂ ਹੁੰਦਾ ਵੀ ਮੰਨ ਲਓ ਆਫ ਸੀਜ਼ਨ ਆ ਜਾਂਦਾ, ਕੁਛ ਫਾਰਮਿੰਗ 'ਤੇ ਬਿਜ਼ੀ ਹੁੰਦਾ, ਕਿਸੇ ਵੇਲੇ ਮਹੀਨੇ ਦਾ ਅਸੀਂ 20-25 ਹਜ਼ਾਰ ਵੀ ਕਮਾ ਲੈਂਦੇ ਹਾਂ। ਤੇ ਉਹਦੇ 'ਚ ਮੈਂ ਬਹੁਤ ਖੁਸ਼ ਹੈਗਾ। ਘਰ ਦੇ ਘਰ ਹੈ, ਮਾਂ ਪਿਓ ਨਾਲ ਨੇ, ਉਹਨਾਂ ਦੀ ਵੀ ਦੇਖ ਰੇਖ ਹੋ ਜਾਂਦੀ ਹੈ, ਸਾਰਾ ਜੋ ਵੀ ਆਪਣਾ ਕੰਮ ਹੁੰਦਾ। ਅਸੀਂ ਘਰ ਦੇ ਬੜੇ ਕੰਮ ਹੁੰਦੇ ਨੇ ਅੱਜ ਕੱਲ੍ਹ ਪੰਜਾਬੀਆਂ ਨੂੰ, ਅਸੀਂ ਸਾਰੇ ਦੇਖ ਲਈਦੇ ਨੇ।
ਬਾਹਰ ਜਾਣ 'ਚ ਹੁਣ ਆਉਣ ਵਾਲੇ ਟਾਈਮ 'ਚ ਪਰਮਾਤਮਾ ਕਿਰਪਾ ਕਰੇ ਇਸ ਤਰ੍ਹਾਂ ਦਾ ਟਾਈਮ ਹੋ ਜਾਏਗਾ। ਅੱਗੇ ਬਾਹਰ ਅਸੀਂ ਕੰਮ ਲਈ ਜਾਣਾ ਚਾਹੁੰਦੇ ਸੀ, ਸੋਚਦੇ ਵੀ ਹੁਣ ਬਾਹਰ ਅਸੀਂ ਘੁੰਮਣ ਫਿਰਨ ਲਈ ਜਾਇਆ ਕਰਾਂਗੇ। ਜਿਹੜੀ ਇਹ ਚੀਜ਼ ਕਦੀ ਸੋਚੀ ਨਹੀਂ ਸੀ ਵੀ ਘੁੰਮਣ ਫਿਰਨ ਲਈ ਜਾਵਾਂਗੇ। ਤਾਂ ਇੱਕ ਵਾਰੀ ਮੈਂ ਖੁਦ ਹੁਣ ਮੈਂ ਟੂਰ ਪਹਿਲਾਂ ਮੈਂ ਇੱਕ ਵਾਰ ਮਲੇਸ਼ੀਆ ਵੀ ਲਾ ਚੁੱਕਾ, ਇੱਕ ਮੈਂ ਆਸਟ੍ਰੇਲੀਆ ਵੀ 10 ਦਿਨ ਦਾ ਆਪਣਾ ਟੂਰਿਸਟ ਵੀਜ਼ਾ ਲਗਾ ਕੇ ਆ ਚੁੱਕਾ। ਜਦ ਕਿ ਕਦੀ ਸੋਚਿਆ ਵੀ ਆਸਟ੍ਰੇਲੀਆ ਸਟੱਡੀ ਵੀਜ਼ੇ ਜਾਵਾਂਗੇ, ਹੁਣ 10 ਦਿਨ ਦਾ ਉੱਥੇ ਘੁੰਮ ਕੇ ਵੀ ਆ ਚੁੱਕਾ। ਉਹ ਇਸੇ ਹੀ ਕੰਮ 'ਚੋਂ ਮੈਂ ਆਪਣੀ ਟਿਕਟ ਬੁੱਕ ਕਰਵਾਈ ਆ, ਮੈਨੂੰ ਆਪਣਾ ਮੈਂ ਵੀਜ਼ਾ ਸ਼ੋ ਕਰਵਾਇਆ ਸੀ। ਤੋ ਜਦ ਕਿ ਇਹ ਚੀਜ਼ ਪਹਿਲਾਂ ਪੋਸੀਬਲ ਨਹੀਂ ਸੀ ਲੱਗਦੀ, ਹੁਣ ਪੋਸੀਬਲ ਹੋ ਰਹੀਆਂ ਨੇ ਹੌਲੀ ਹੌਲੀ। ਅਤੇ ਦੇਖੋ 2011 ਤੋਂ ਮੈਂ ਕੰਮ ਸਟਾਰਟ ਕੀਤਾ ਸੀ, ਅਤੇ ਹਰ ਕੋਈ ਸੋਚਦਾ ਵੀ ਮੈਨੂੰ ਪਹਿਲੇ ਸਾਲ ਦੂਸਰੇ ਸਾਲ ਹੀ ਕੁਛ ਕਾਮਯਾਬੀ ਹਾਸਲ ਹੋ ਜੇ। ਬੇਸ਼ੱਕ ਕਾਮਯਾਬੀ ਕਈਆਂ ਨੂੰ ਮਿਲ ਵੀ ਜਾਂਦੀ, ਕਈਆਂ ਨੂੰ ਟਾਈਮ ਲੱਗਦਾ, ਹਰ ਚੀਜ਼ ਨੂੰ ਟਾਈਮ ਹੁੰਦਾ। ਅੱਜ ਮੈਨੂੰ 10 ਸਾਲ ਹੋ ਗਏ ਨੇ, ਅਤੇ 10 ਸਾਲਾਂ ਦੇ ਵਿੱਚ ਬੜੇ ਉਤਰਾਅ ਚੜਾਅ ਵੇਖੇ ਨੇ, ਕੁਝ ਘਾਟੇ ਵੀ ਖਾਧੇ, ਫਾਇਦਾ ਵੀ ਹੋਇਆ, ਬੜੇ ਲੋਕਾਂ ਤੋਂ ਕੁਝ ਸਿੱਖਣ ਨੂੰ ਵੀ ਮਿਲਿਆ, ਜਿਹੜੇ ਸਾਡੇ ਤੋਂ ਵੀ ਉੱਪਰ ਬੈਠੇ ਨੇ, ਹੋਰਨਾਂ ਨੂੰ ਸਿਖਾਇਆ ਵੀ ਆ। ਅਤੇ ਇਹ ਚੀਜ਼ ਬੜੀ ਜ਼ਿੰਦਗੀ 'ਚ ਅਹਿਮ ਰੋਲ ਹੁੰਦਾ ਹੈ ਹਰ ਇੱਕ ਦੀ ਲਾਈਫ 'ਚ, ਵੀ ਸਿੱਖਣ ਨੂੰ ਕੁਛ ਵੀ ਮਿਲਦਾ ਕਿਤੋਂ ਸਿੱਖੋ, ਅਤੇ ਆਪਣੇ ਕੰਮ ਜਾਂ ਆਪਣਾ ਤੁਸੀਂ ਇੱਥੇ ਪੰਜਾਬ 'ਚ ਹੀ ਰਹਿ ਕੇ ਆਪਣੇ ਕੰਮ ਨੂੰ ਅੱਗੇ ਵਧਾਓ। ਬੀ ਫਾਰਮਿੰਗ ਦੇ ਵਿੱਚ ਸ਼ਹਿਦ ਤੇ ਬਣਦਾ ਹੀ ਹੈ, ਲੇਕਿਨ ਸ਼ਹਿਦ ਤੋਂ ਹਟ ਕੇ ਜਿਸ ਤਰ੍ਹਾਂ ਕਿਹਾ ਜਾਂਦਾ ਕਿ ਬਹੁਤ ਸਾਰੇ ਇਸ ਫਾਰਮਿੰਗ ਤੋਂ ਹੀ ਬਹੁਤ ਸਾਰੀਆਂ ਮੈਡੀਸਨ ਵੀ ਬਣਦੀਆਂ। ਉਹ ਕੀ ਮੈਡੀਸਨ ਕੀ ਬਣਦੀਆਂ ਨੇ ਔਰ ਕਿੰਨਾ ਕੁ ਲੋਕਾਂ ਨੂੰ ਉਸ ਚੀਜ਼ ਦਾ ਫਾਇਦਾ ਹੁੰਦਾ ਹੈ? ਦੇਖੋ ਜੀ, ਸਭ ਤੋਂ ਪਹਿਲਾਂ ਗੱਲ ਤੀ ਮੇਨ ਨਾ ਬੀ ਫਾਰਮਿੰਗ 'ਚੋਂ ਨਿਕਲਦਾ ਹੈ ਸ਼ਹਿਦ, ਅਤੇ ਇੰਡੀਆ 'ਚ ਸ਼ਹਿਦ ਵਿਕਦਾ ਵੀ ਬਹੁਤ ਹੈ। ਲੇਕਿਨ ਆਮ ਲੋਕਾਂ 'ਚ ਨਾ ਇਹ ਧਾਰਨਾ ਹੁੰਦੀ ਹੈ ਜਿਹੜਾ ਸ਼ਹਿਦ ਹੁੰਦਾ ਹੈ ਨਾ ਅਸਲੀ, ਉਹ ਜੰਮਦਾ ਨਹੀਂ ਹੈ। ਦੇਖੋ ਜਿਹੜਾ ਅਸਲੀ ਸ਼ਹਿਦ ਹੁੰਦਾ ਉਹ ਜੰਮ ਜਾਂਦਾ ਹੈ। ਜਿਸ ਤਰ੍ਹਾਂ ਦੇਸੀ ਘਿਓ ਜੰਮ ਜਾਂਦਾ ਹੈ, ਨਾਰੀਅਲ ਦਾ ਤੇਲ ਜੰਮ ਜਾਂਦਾ ਸਰਦੀ 'ਚ ਆ ਕੇ, ਉਸੇ ਤਰ੍ਹਾਂ ਹੀ ਕੁਦਰਤੀ ਰੂਪ ਨਾਲ ਨਿਕਲਿਆ ਹੋਇਆ ਅਸਲੀ ਸ਼ਹਿਦ ਫੁੱਲਾਂ ਤੋਂ ਮਧੂਮੱਖੀ ਵਾਲਾ ਦੁਆਰਾ ਪ੍ਰਾਪਤ ਕੀਤਾ ਹੈ, ਉਹ ਸ਼ਹਿਦ ਆਪਣੇ ਆਪ ਠੰਡ 'ਚ ਜੰਮ ਜਾਏਗਾ, ਆਪਣੇ ਆਪ ਗਰਮੀ 'ਚ ਮੈਲਟ ਹੋ ਜਾਏਗਾ। ਜਿਹੜਾ ਸ਼ਹਿਦ 100 ਡਿਗਰੀ ਤੋਂ ਉੱਪਰ ਜਾ ਕੇ ਪ੍ਰੋਸੈਸ ਕੀਤਾ ਹੋਏਗਾ, ਜਾਂ ਕੁਝ ਮਿਲਾਵਟਖੋਰਾਂ ਦੀ ਉਹਨਾਂ ਦੀ ਕਮੀ ਕਰਕੇ ਕਹਿ ਲਓ, ਜਾਂ ਉਹਨਾਂ ਦੀ ਕੀ ਕਹਿੰਦੇ ਜੋ ਗਲਤ ਕੰਮ ਕਰਦੇ ਨੇ, ਉਹ ਵਿੱਚ ਕੋਰਨ ਸਿਰਪ ਦੀ ਮਿਲਾਵਟ ਕਰ ਦਿੰਦੇ ਨੇ, ਜਿਸ ਕਰਕੇ ਹਨੀ ਜਲਦੀ ਜੰਮਦਾ ਨਹੀਂ ਆ, ਅਤੇ ਉਹ ਇੱਕ ਸਾਡੀ ਸਿਹਤ ਨਾਲ ਧੋਖਾ ਹੈ। ਸ਼ਹਿਦ ਤੋਂ ਇਲਾਵਾ ਮਧੂਮੱਖੀ 'ਚੋਂ ਇੱਕ ਬੀ ਵੈਕਸ ਨਿਕਲਦੀ ਹੈ। ਬੀ ਵੈਕਸ ਦੀ ਕੋਸਮੈਟਿਕ ਲਾਈਨ 'ਚ ਬੜੀ ਅੱਛੀ ਡਿਮਾਂਡ ਹੈ। ਜਿਸ ਤਰ੍ਹਾਂ ਸਾਡੀਆਂ ਕਰੀਮਾਂ ਬਣਦੀਆਂ ਨੇ, ਹੇਅਰ ਰਿਮੂਵਲ ਵੈਕਸ ਬਣਦੀ ਆ, ਵਾਲਾਂ 'ਤੇ ਲਗਾਉਣ ਵਾਲੀ ਜੈਲ ਬਣਦੀ ਆ, ਪੋਲਿਸ਼ ਬਣਦੀ ਆ, ਹੋਰ ਵੀ ਬੜੇ ਅੱਛੇ ਪ੍ਰੋਡਕਟ ਬਣਦੇ ਨੇ ਬੀ ਵੈਕਸ ਤੋਂ। ਉਸ ਤੋਂ ਬਾਅਦ ਨਿਕਲਦਾ ਬੀ ਪੋਲਨ। ਬੀ ਪੋਲਨ ਇੰਡੀਆ 'ਚ ਹੁਣ 3-4 ਸਾਲ ਤੋਂ ਅਸੀਂ ਕੱਢਣਾ ਸਟਾਰਟ ਕਰ ਦਿੱਤਾ ਹੋਇਆ। ਬੀ ਪੋਲਨ ਇੱਕ ਆਪਣੇ ਆਪ 'ਚ ਹੀ ਬੜੀ ਅੱਛੀ ਮਤਲਬ ਫੂਡ ਸਪਲੀਮੈਂਟ ਪ੍ਰੋਟੀਨ ਕਹਿ ਲਓ, ਜਿਸ 'ਚ 30 ਤੋਂ 40% ਪ੍ਰੋਟੀਨ ਹੁੰਦਾ ਹੈ, ਅਤੇ ਇਹ ਇੱਕ ਮਧੂਮੱਖੀਆਂ ਦਾ ਬੜਾ ਅੱਛਾ ਭੋਜਨ ਹੁੰਦਾ ਹੈ, ਅਤੇ ਜਿਸ ਨੂੰ ਅਸੀਂ ਹਿਊਮਨਸ ਵੀ ਖਾ ਸਕਦੇ ਹਾਂ। ਉਸ ਤੋਂ ਬਾਅਦ ਆਉਂਦੀ ਆ ਬੀ ਪ੍ਰਪੋਲਿਸ। ਬੀ ਪ੍ਰਪੋਲਿਸ ਨਿਕਲਦੀ ਤਾਂ ਘੱਟ ਮਾਤਰਾ 'ਚ ਆ, ਲੇਕਿਨ ਬੀ ਪ੍ਰਪੋਲਿਸ ਵੀ ਇੱਕ ਐਂਟੀਬਾਇਓਟਿਕ ਹੈਗੀ ਆ। ਅੱਜ ਕੱਲ੍ਹ ਕੋਵਿਡ-19 ਦੇ ਵਿੱਚ ਅਸੀਂ TV 'ਚ ਵੀ ਮੈਂ ਖੁਦ ਦੇਖਿਆ ਹੋਇਆ, ਅਸ਼ਵਗੰਧਾ ਅਤੇ ਬੀ ਪ੍ਰਪੋਲਿਸ ਨੂੰ ਇਹਦਾ ਕੁਛ ਮਿਸ਼ਰਣ ਤਿਆਰ ਕਰਕੇ ਖਾਧਾ ਜਾਵੇ, ਅਤੇ ਇਹ ਕੋਵਿਡ ਜਿਹੜੇ ਸਾਡੇ ਕਰੋਨਾ ਦੇ ਮਰੀਜ਼ ਹੈਗੇ ਨੇ, ਉਹਨਾਂ ਨੂੰ ਇਹ ਮਤਲਬ ਉਹਨਾਂ ਦੇ ਇਮਿਊਨ ਸਿਸਟਮ ਨੂੰ ਵਧਾਉਣ 'ਚ ਸਹਾਇਤਾ ਕਰਦੀ ਆ। ਰੋਇਲ ਜੈਲੀ ਨਿਕਲਦੀ ਆ, ਇਹਦਾ ਬੀ ਵੈਨਮ ਨਿਕਲਦਾ ਹੈ। ਇਹ ਪ੍ਰੋਡਕਟਾਂ ਤੋਂ ਗਾਂ ਅੱਗੇ ਬੜੇ ਪ੍ਰੋਡਕਟ ਤਿਆਰ ਹੋ ਜਾਂਦੇ ਨੇ, ਜਿਸ ਤਰ੍ਹਾਂ ਵੀ ਵੈਕਸ ਤੋਂ ਹੋਰ ਪ੍ਰੋਡਕਟ ਤਿਆਰ ਹੋ ਜਾਂਦੇ ਨੇ। ਹਨੀ ਦਾ ਵੀ ਬੜਾ ਮਤਲਬ ਜਿਸ ਤਰ੍ਹਾਂ ਬੇਕਰੀ 'ਚ ਤੁਸੀਂ ਮੰਨ ਲਓ ਕੁਛ ਜਾਂ ਕੇਕ ਬਣਾਉਣ 'ਚ ਵੀ ਲੋਕ ਯੂਜ਼ ਕਰ ਲੈਂਦੇ ਨੇ, ਟੌਫੀ ਬਣਾ ਸਕਦੇ ਨੇ। ਹੋਰ ਆਪਣਾ ਜਿਸ ਤਰ੍ਹਾਂ ਆਪਾਂ ਸ਼ਰਬਤ ਪੀਂਦੇ ਨੇ, ਘਰੇ ਨਿੰਬੂ ਪਾਣੀ ਪੀਂਦੇ ਨੇ, ਬੜੇ ਲਾਈਨ 'ਚ ਹਨੀ ਵੀ ਯੂਜ਼ ਹੋ ਜਾਂਦਾ ਹੈ। ਹਨੀ ਸੋਪ ਵੀ ਅੱਜ ਕੱਲ੍ਹ ਆਉਂਦੇ ਨੇ। ਬੀ ਪੋਲਨ ਦੇ ਕੈਪਸੂਲ ਵਿਕਦੇ ਨੇ। ਜਿੰਨੇ ਵੀ ਜਿੰਮ ਦੇ ਪ੍ਰੋਡਕਟ ਬਣਦੇ ਨੇ ਬੋਡੀ ਬਿਲਡਰਸ ਦੇ, ਉਹਨਾਂ 'ਚ ਬੀ ਪੋਲਨ ਕੁਝ % ਪਾਇਆ ਜਾਂਦਾ ਹੈ। ਔਰ ਬੀ ਵੈਨਮ ਦੇ ਵੀ ਜਿਹੜੇ ਇੰਜੈਕਸ਼ਨਸ ਨੇ ਉਹ ਵਿਕਦੇ ਨੇ, ਲੇਕਿਨ ਬੀ ਵੈਨਮ ਜਿਹੜਾ ਹੁੰਦਾ ਇੰਡੀਆ 'ਚ ਹਲੇ ਇਹਦੀ ਡਿਮਾਂਡ ਘੱਟ ਹੈ, ਮਤਲਬ ਇਹਦੇ ਬਾਹਰ ਇੱਥੇ ਨਹੀਂ ਹੈਗੀ ਹਲੇ। ਔਰ ਇੱਕ ਚੀਜ਼ ਪਵਨ ਜੀ ਜਿਹੜੀ ਦੱਸੋ ਕਿ ਜਿਹੜਾ ਇਹ ਸਾਰਾ ਕੁਝ ਬਣਦਾ ਹੈ, ਔਰ ਲੇਕਿਨ ਹਜੇ ਵੀ ਸਾਡੇ ਬੱਚੇ ਜਿਹੜੇ ਆ ਉਹ ਕਹਿੰਦੇ ਆ ਕਿ ਖਾਸ ਕਰਕੇ ਪੰਜਾਬ ਦੀ ਅਸੀਂ ਗੱਲ ਕਰ ਲੈਂਦੇ, ਪੰਜਾਬ 'ਚ ਅਸੀਂ ਰਹਿੰਦੇ ਹਾਂ, ਅਤੇ ਬੇਰੁਜ਼ਗਾਰੀ ਕਹਿੰਦੇ ਬਹੁਤ ਜ਼ਿਆਦਾ। ਕੀ ਸਾਡੀ ਕੀ ਉੱਥੇ ਕਮੀ ਹੈ? ਔਰ ਨਾਲ ਹੀ ਕਿ ਜੋ ਕੁਝ ਤੁਸੀਂ ਸ਼ੁਰੂ ਕੀਤਾ, ਸਰਕਾਰ ਨੇ ਕੋਈ ਤੁਹਾਡੀ ਹੈਲਪ ਕੀਤੀ? ਦੇਖੋ ਜੀ, ਬੇਰੁਜ਼ਗਾਰੀ ਪੜ੍ਹਨ ਤੋਂ ਬਾਅਦ ਹਰ ਕੋਈ ਸੋਚਦਾ ਜੀ ਮੈਂ ਨੌਕਰੀ ਕਰਾਂਗਾ, ਨੌਕਰੀ ਨਹੀਂ ਮਿਲਦੀ ਅਤੇ ਫਿਰ ਟਰਾਈ ਕਰਦੇ ਰਹਿੰਦੇ ਨੇ, ਸਾਲ 2-3 ਸਾਲ ਇੱਦਾਂ ਹੀ ਬੈਠੇ ਰਹਿੰਦੇ ਨੇ, ਅਤੇ ਉਹ ਬੇਰੁਜ਼ਗਾਰਾਂ ਦੀ ਗਿਣਤੀ 'ਚ ਆ ਜਾਂਦੇ ਨੇ। ਜਦ ਕਿ ਉਹ 2-3 ਸਾਲ ਜਿਹੜੇ ਤੁਸੀਂ ਹੁੰਦੇ ਨੇ, ਤੁਸੀਂ ਉਹਨੂੰ ਆਪਣਾ ਕਿਸੇ ਕੋਈ ਕੰਮ ਸਿੱਖ ਲਓ, ਕਿਸੇ ਕੋਈ ਵੀ ਕੰਮ ਸਿੱਖ ਲਓ, ਮਕੈਨਿਕ ਦਾ ਕੰਮ ਸਿੱਖ ਲਓ, ਆਪਣਾ ਤੁਸੀਂ ਖੇਤੀ ਅਤੇ ਜ਼ਮੀਨ ਠੇਕੇ 'ਤੇ ਲੈ ਕੇ ਕਰ ਲਓ। ਜਦ ਜਿਸ ਤਰ੍ਹਾਂ ਮੈਂ ਕੀਤਾ, ਦੇਖੋ ਮੈਂ +2 ਤੋਂ ਬਾਅਦ ਸੋਚਦਾ ਸੀ ਮੈਂ ਬਾਹਰ ਜਾਣਾ ਹੈ, ਅਗਰ ਮੈਂ ਬਾਹਰ ਦੇ ਚੱਕਰ 'ਚ ਬੈਠਾ ਰਹਿੰਦਾ ਤਾਂ ਮੇਰੀ ਤਾਂ MA ਵੀ ਨਹੀਂ ਹੋਣੀ ਇੱਥੇ।
ਮੈਂ ਐਮਏ ਪੰਜਾਬੀ ਕਰ ਗਿਆ, ਮੇਰਾ ਉਹ ਟਾਈਮ ਕਵਰ ਹੋ ਗਿਆ। ਐਮਏ ਪੰਜਾਬੀ ਕਰਨ ਤੋਂ ਬਾਅਦ ਫਿਰ ਵੀ ਮੈਂ ਸੋਚਿਆ ਵੀ ਮੈਂ ਚਲੋ ਬਾਅਦ ਦਾ ਨਹੀਂ ਬਣਿਆ, ਮੈਂ ਇੱਥੇ ਇੰਸਟੀਚਿਊਟ ਸ਼ੁਰੂ ਕਰ ਲਾਂ। ਲੇਕਿਨ ਇੰਸਟੀਚਿਊਟ ਸ਼ੁਰੂ ਕਰਨ ਤੋਂ ਬਾਅਦ ਵੀ ਚਲੋ ਕੁਛ ਹੋਰ ਸੋਚਿਆ ਵੀ ਇਸ ਤੋਂ ਵੀ ਬੈਟਰ ਕੀਤਾ ਜਾਵੇ। ਅਤੇ ਬੀ ਫਾਰਮਿੰਗ ਦੇ ਵਿੱਚ ਤਾਂ ਮੈਂ ਇਹੀ ਗੱਲ ਕਹਾਂਗਾ ਵੀ ਇਹਦੇ 'ਚ ਤੇ ਤੁਸੀਂ ਇਹ ਸੋਚੋ ਵੀ ਮੈਨੂੰ ਕੁਛ ਐਜੂਕੇਸ਼ਨ ਦੀ ਲੋੜ ਆ। ਤੁਸੀਂ ਬੇਸ਼ੱਕ ਭਾਵੇਂ ਇੱਕ ਕਲਾਸ ਵੀ ਨਾ ਪੜ੍ਹਿਓ, ਬੀ ਫਾਰਮਿੰਗ 'ਚ ਤੁਸੀਂ ਬਿਨਾਂ ਇੱਕ ਕਲਾਸ ਪੜ੍ਹੇ ਵੀ ਤੁਸੀਂ ਇਹਦੀ ਟ੍ਰੇਨਿੰਗ ਲੈ ਸਕਦੇ ਹੋ। ਅਤੇ ਹੋਰ ਵੀ ਜਿਸ ਤਰ੍ਹਾਂ ਮੱਛੀ ਪਾਲਣ ਹੈ ਜਾਂ ਆਪਣਾ ਐਗਰੀਕਲਚਰ ਦੇ ਹੋਰ ਫਾਰਮਿੰਗ ਦੇ ਕੰਮ ਨੇ, ਤੁਸੀਂ ਇਹ ਮਤਲਬ ਇਹ ਨਹੀਂ ਸੋਚਣਾ ਵੀ ਅਸੀਂ ਬੇਰੁਜ਼ਗਾਰ ਹੈਗੇ ਨੇ। ਬੇਸ਼ੱਕ ਤੁਸੀਂ ਬੇਰੁਜ਼ਗਾਰ ਹੋ ਨੇ, ਐਜ਼ ਅ ਸਾਈਡ ਬਿਜ਼ਨਸ ਕਰਦੇ ਰਹੋ, ਅਤੇ ਉਹਦੇ ਵਿੱਚ ਤੁਹਾਨੂੰ ਮਤਲਬ ਕੁਛ ਨਾ ਕੁਛ ਗੇਨ ਜ਼ਰੂਰ ਹੋਏਗਾ, ਸਿੱਖਣ ਨੂੰ ਮਿਲੇਗਾ। ਅਤੇ ਹੋ ਸਕਦਾ ਮਤਲਬ ਤੁਸੀਂ ਇਹਨੂੰ ਹੌਲੀ ਹੌਲੀ ਆਪਣੇ ਬਿਜ਼ਨਸ ਦੇ ਵਿੱਚ ਤੁਸੀਂ ਸੈਟਅਪ ਕਰ ਲਓ। ਹੁਣ ਮੇਰੇ ਕੋਲ ਕੋਈ ਐਗਰੀਕਲਚਰ ਲੈਂਡ ਨਹੀਂ ਹੈਗਾ, 1 ਕਿੱਲਾ ਵੀ ਜ਼ਮੀਨ ਨਹੀਂ ਹੈਗੀ। ਬਸ ਇਹੀ ਕੰਮ ਨੂੰ ਮੈਂ ਆਪਣਾ ਪਹਿਲਾਂ ਹੌਲੀ ਹੌਲੀ ਸਾਈਡ ਤੋਂ ਬਾਅਦ 'ਚੋਂ ਇਹਨੂੰ ਪ੍ਰੋਫੈਸ਼ਨਲ 'ਚ ਆ ਗਿਆ। ਅਤੇ ਅੱਜ ਇਸੀ ਕੰਮ ਦੇ ਬਦੌਲਤ ਮੈਂ ਨਹੀਂ ਸੋਚਦਾ ਵੀ ਮੈਨੂੰ ਅਗਰ ਜ਼ਮੀਨ ਨਹੀਂ ਹੈਗੀ ਅਤੇ ਮੈਂ ਘਰੋਂ ਮਾੜਾ ਜਾਂ ਇਸ ਤਰ੍ਹਾਂ ਗਰੀਬ ਹੈਗਾ। ਇਸੇ ਕੰਮ ਦੇ ਬਦੌਲਤ ਅੱਜ ਪਰਮਾਤਮਾ ਦੀ ਕਿਰਪਾ ਹੈ, ਬਹੁਤ ਵਧੀਆ। ਮੇਰਾ ਆਖਰੀ ਸਵਾਲ ਹੈ ਜੀ ਕਿ ਕੀ ਉਹਨਾਂ ਬੱਚਿਆਂ ਨੂੰ ਇੱਕ ਮੈਸੇਜ ਦਿਓਗੇ, ਖਾਸ ਕਰਕੇ ਕਿਉਂਕਿ ਜੋ ਤੁਸੀਂ ਅਚੀਵ ਕੀਤਾ ਹੈ, ਜੋ ਤੁਸੀਂ ਇਸ ਵਕਤ ਆਪਣੇ ਆਪ ਨੂੰ ਇੱਕ ਖੁਸ਼ ਵੀ ਆਪਣਾ ਨਜ਼ਰ ਆ ਰਹੇ ਜੇ, ਕੀ ਇੱਕ ਮੈਸੇਜ ਉਹਨਾਂ ਨੂੰ ਦਿਓਗੇ, ਦਰਸ਼ਕਾਂ ਨੂੰ ਵੀ ਦਿਓਗੇ ਕਿ ਉਹਨਾਂ ਮਾਤਾ ਪਿਤਾ ਨੂੰ ਵੀ ਦਿਓਗੇ ਕਿ ਕੋਈ ਵੀ ਕੰਮ ਜਿਹੜਾ ਹੈਗਾ ਛੋਟਾ ਨਹੀਂ ਹੈ, ਕੰਮ ਤੇ ਕੰਮ ਹੁੰਦਾ ਹੈ, ਅਤੇ ਬਾਹਰ ਦੀ ਔੜ ਦੇ ਵਿੱਚ ਨਾ ਭੱਜਣ, ਆਪਣੇ ਅਗਰ ਇੱਥੇ ਕੰਮ ਕਰ ਸਕਦੇ ਤਾਂ ਇੱਥੇ ਕੰਮ ਕਰਨ। ਦੇਖੋ ਜੀ, ਮੇਰਾ ਤੇ ਸਾਰਿਆਂ ਨੂੰ ਇਹੀ ਮੈਸੇਜ ਆ, ਮੇਰੇ ਭਰਾਵਾਂ ਨੂੰ, ਮੇਰੇ ਭੈਣਾਂ ਨੂੰ, ਮੇਰੇ ਮਾਪਿਆਂ ਨੂੰ। ਦੇਖੋ ਜੀ, ਬੱਚਿਆਂ ਨੂੰ ਸ਼ੌਂਕ ਹੁੰਦਾ ਵੀ ਅਸੀਂ ਬਾਹਰ ਜਾਣਾ, ਬਾਹਰ ਦੀ ਲਾਈਫ ਬੜੀ ਅੱਛੀ ਹੈ। ਲੇਕਿਨ ਅਗਰ ਬਾਹਰ ਦਾ ਕੰਮ ਨਹੀਂ ਬਣ ਰਿਹਾ ਤਾਂ ਇੱਕ ਤਾਂ ਆਪਣੇ ਪੈਸੇ ਨਾ ਬਰਬਾਦ ਕਰੋ ਤੁਸੀਂ, ਇੱਕ ਆਪਣੀ ਲਾਈਫ ਨਾ ਬਰਬਾਦ ਕਰੋ। ਅਤੇ ਇੱਥੇ ਰਹਿ ਕੇ ਵੀ ਤੁਸੀਂ ਬਹੁਤ ਅੱਛਾ ਕੰਮ ਕਰ ਸਕਦੇ ਹੋ। ਮਾਂ ਪਿਓ ਨੂੰ ਚਾਹੀਦਾ ਬੱਚਿਆਂ ਨੂੰ ਥੋੜ੍ਹਾ ਕਹਿਣ ਵੀ ਤੁਸੀਂ ਆਪਣੇ ਦੇਖੋ ਸਾਈਡ ਬਿਜ਼ਨਸ ਧੰਦੇ ਕਰੋ ਆਪਣਾ। ਅਗਰ ਆਪਣੀ ਖੇਤੀਬਾੜੀ ਕਰੋ ਤੁਸੀਂ ਇੱਥੇ। ਅਗਰ ਬੱਚਿਆਂ ਨੂੰ ਵੀ ਚਾਹੀਦਾ ਵੀ ਅਗਰ ਖੇਤੀਬਾੜੀ ਨਹੀਂ ਹੈਗੀ ਤਾਂ ਕੁਛ ਆਪਣਾ ਤੁਸੀਂ ਦੇਖੋ। ਅੱਜ ਕੱਲ੍ਹ ਜਿਸ ਤਰ੍ਹਾਂ ਹੁਣ ਤੁਹਾਡੇ ਚੈਨਲ 'ਤੇ ਹੌਲੀ ਹੌਲੀ ਬਾਬਾ 'ਤੇ ਦੇਖੋ ਮੇਰੀ ਇੰਟਰਵਿਊ ਆ ਰਹੀ ਆ, ਅਤੇ ਮੈਂ ਇੱਕ ਮਧੂਮੱਖੀ ਪਾਲਕ ਹੈਗਾ ਵਾਂ, ਅਤੇ ਉਸ ਵਿੱਚ ਮੈਂ ਦੱਸਿਆ ਵੀ ਮੈਂ ਕਿਸ ਤਰ੍ਹਾਂ ਆਪਣਾ ਸਾਰਾ ਕੰਮ ਕੀਤਾ। ਅਤੇ ਤੁਸੀਂ ਵੀ ਇਸ ਤਰ੍ਹਾਂ ਦੇ ਜਿਸ ਕੰਮ 'ਚ ਤੁਹਾਡਾ ਇੰਟਰਸਟ ਬਣੇ ਆਪਣਾ, ਤੁਸੀਂ ਉਹ ਕੰਮ ਸਾਈਡ ਵਾਲੇ ਕਰ ਸਕਦੇ ਹੋ। ਅਤੇ ਇਹ ਕੰਮ ਹੌਲੀ ਹੌਲੀ ਤੁਹਾਨੂੰ ਮਤਲਬ 1 2 3 4 ਸਾਲ ਦੇ ਵਿੱਚ ਤੁਹਾਨੂੰ ਬਾਹਰ ਦੇ ਜਿਹੜੇ ਸੁਪਨੇ ਹੈਗੇ ਨੇ ਉਹਨਾਂ ਨੂੰ ਸਾਰਿਆਂ ਨੂੰ ਹੀ ਇੱਥੇ ਪੂਰੇ ਕਰਵਾ ਦੇਗਾ। ਜਿਸ ਕਰਕੇ ਅਸੀਂ ਸੋਚਦੇ ਹਾਂ ਵੀ ਅਸੀਂ ਬਾਹਰ ਜਾਵਾਂਗੇ, ਗੱਡੀਆਂ ਲਵਾਂਗੇ, ਸਾਰਾ ਕੁਛ ਲਵਾਂਗੇ। ਅੱਜ ਸਾਰਾ ਕੁਛ ਇੱਥੇ ਮੇਰੇ ਕੋਲ ਹੈਗਾ, ਗੱਡੀ ਵੀ ਹੈਗੀ, ਮੋਟਰਸਾਈਕਲ ਵੀ ਹੈਗਾ, ਸਾਰਾ ਕੁਛ ਹੈਗਾ, ਅੱਛਾ ਘਰ ਬਣਿਆ ਹੋਇਆ, ਵਧੀਆ ਕਿਰਪਾ ਮਾਲਕ ਦੀ ਹੈ। ਜਦ ਕਿ ਮਿਹਨਤ ਕਰਨੀ ਪਏਗੀ। ਅਸੀਂ ਬਾਹਰ ਜਾ ਕੇ ਤਾਂ ਅਸੀਂ ਹਰ ਕੋਈ ਸ਼ਾਰਟਕਟ ਮਾਰਨਾ ਚਾਹੁੰਦਾ ਹੈ, ਲੇਕਿਨ ਅਗਰ ਤੁਸੀਂ ਇੱਥੇ ਥੋੜ੍ਹੀ ਮਿਹਨਤ ਕਰ ਲਓਗੇ ਤਾਂ ਅੱਜ ਤੁਹਾਡੇ 8 10 ਸਾਲ 5 ਸਾਲ ਲੱਗੇ ਹੋਣਗੇ, 2 ਸਾਲ 'ਚ ਵੀ ਤੁਸੀਂ ਇੰਨੀ ਮਿਹਨਤ ਕਰ ਲਓਗੇ ਵੀ ਤੁਹਾਡੇ ਜਿਹੜੀ ਆਉਣ ਵਾਲੀ ਲਾਈਫ ਦੇ ਸ਼ਾਰਟਕਟ ਸਾਰੇ ਇੱਥੇ ਬਣ ਜਾਣਗੇ। ਜਿਸ ਤਰ੍ਹਾਂ ਕਿ ਕਿਹਾ ਜਾਂਦਾ ਹੈ, ਮੇਰਾ ਚਲੋ ਮੈਂ ਕਿਹਾ ਸੀ ਕਿ ਮੇਰਾ ਆਖਰੀ ਸਵਾਲ ਹੈ, ਇੱਕ ਸਵਾਲ ਮੇਰੇ ਚੈਨ 'ਚ ਆਇਆ ਕਿ ਜਿਸ ਤਰ੍ਹਾਂ ਕਿ ਭਾਰਤ ਨੂੰ ਸੋਨੇ ਦੀ ਚਿੜੀਆ ਕਿਹਾ ਜਾਂਦਾ ਅਤੇ ਉਹਦੇ ਵਿੱਚ ਖਾਸ ਕਰਕੇ ਸਾਡੇ ਪੰਜਾਬ ਦਾ ਬਹੁਤ ਯੋਗਦਾਨ ਹੈ, ਔਰ ਉਹਦੇ ਵਿੱਚ ਇੱਕ ਬੜੀ ਵੱਡੀ ਮੋਟੀਵੇਸ਼ਨ ਹੈ ਤੁਹਾਡੇ ਵਰਗੇ ਲੋਕਾਂ ਦੀ ਕਿ ਅਗਰ ਫਾਰਮਿੰਗ ਕੋਈ ਵੀ ਹੈ ਲੇਕਿਨ ਉਹਦੇ ਵਿੱਚ ਉਹਦਾ ਯੋਗਦਾਨ ਜਿਹੜਾ ਹੈਗਾ ਪੂਰੇ ਭਾਰਤ ਨੂੰ ਜਾਂਦਾ ਹੈ। ਕੀ ਖੁਸ਼ੀ ਮਹਿਸੂਸ ਕਰਦੇ ਜੀ? ਦੇਖੋ ਜੀ, ਮੈਨੂੰ ਤਾਂ ਬਹੁਤ ਖੁਸ਼ੀ ਹੁੰਦੀ ਹੈ ਵੀ ਸਾਡੇ ਮਤਲਬ ਪੰਜਾਬ ਦੇ ਜਿਹੜੇ ਨੌਜਵਾਨ ਆਪਣੀ ਖੇਤੀਬਾੜੀ ਜਾਂ ਇਹੋ ਜਿਹੇ ਸਹਾਇਕ ਧੰਦਿਆਂ ਨਾਲ ਜਦੋਂ ਪ੍ਰੋਡਕਸ਼ਨ ਪੈਦਾ ਕਰਦੇ ਨੇ, ਅਤੇ ਸਾਡਾ ਪੈਦਾ ਕੀਤਾ ਹੋਇਆ ਮਾਲ ਸਭ ਤੋਂ ਪਹਿਲਾਂ ਤਾਂ ਜਿਸ ਤਰ੍ਹਾਂ ਇੰਡੀਆ ਦੇ ਹੋਰਨਾਂ ਇਲਾਕਿਆਂ 'ਚ ਵੀ ਜਾਂਦੇ ਨੇ, ਅਤੇ ਉੱਧਰ ਦੇ ਲੋਕ ਕਹਿੰਦੇ ਨੇ ਵੀ ਵਾਕਈ ਇਹ ਪੰਜਾਬ ਤੋਂ ਚੀਜ਼ ਆਈ ਆ, ਅਤੇ ਉਹਨਾਂ ਪੰਜਾਬੀਆਂ ਨੇ ਸਾਨੂੰ ਭੇਜੀ, ਬੜੀ ਅੱਛੀ ਚੀਜ਼ ਹੈ। ਜਾਂ ਸ਼ਹਿਦ ਵੀ ਮੈਂ ਭੇਜਦਾ, ਉਹ ਕਹਿੰਦੇ ਵੀ ਹਾਂ ਵਾਕਈ ਅਸੀਂ ਸ਼ੁੱਧ ਸ਼ਹਿਦ ਉੱਥੋਂ ਲੈ ਰਹੇ ਹਾਂ। ਅਤੇ ਅਗਰ ਅਸੀਂ ਐਕਸਪੋਰਟ ਵੀ ਕਰਦੇ ਹਾਂ ਬਾਹਰ, ਅਤੇ ਐਕਸਪੋਰਟ 'ਚ ਵੀ ਇਹ ਪੰਜਾਬ ਦਾ ਨਾਮ ਕਾਫੀ ਉੱਪਰ ਜਾਂਦਾ ਹੈ। ਦੇਖੋ ਜੀ, ਪੰਜਾਬ 'ਚ ਇੱਕ ਇਹੋ ਜਿਹੀ ਮਤਲਬ ਜਗ੍ਹਾ ਹੈਗੀ ਆ ਜਿੱਥੇ ਤੁਸੀਂ ਖੇਤੀਬਾੜੀ ਵੀ ਕਰਦੇ ਹੋ, ਨਾਲ ਦੇ ਨਾਲ ਸਹਾਇਕ ਧੰਦੇ ਵੀ ਕਰੀ ਜਾਂਦੇ ਹੋ, ਅਤੇ ਆਟੋਮੈਟਿਕਲੀ ਸਾਡੇ ਪੰਜਾਬ ਦਾ ਨਾਮ ਵਧੇਗਾ, ਇਨਕਮ 'ਚ ਵਾਧਾ ਹੋਏਗਾ, ਬਾਹਰੋਂ ਡਾਲਰ ਆਉਣਗੇ, ਇੰਡੀਆ ਦੀ ਜਿਹੜੀ ਹੁੰਦੀ ਆ ਮਤਲਬ ਬਾਹਰੋਂ ਡਾਲਰ ਆ ਗਏ, ਜਿਸ ਅਰਥ ਵਿਵਸਥਾ 'ਚ ਵੀ ਥੋੜ੍ਹਾ ਸੁਧਾਰ ਹੁੰਦਾ, ਸਾਡੇ ਵੀ ਆਪਣੀ ਇਨਕਮ 'ਚ ਵਾਧਾ ਹੁੰਦਾ। ਅਤੇ ਮੈਂ ਤਾਂ ਸਾਰਿਆਂ ਨੂੰ ਇਹੀ ਕਹਾਂਗਾ ਵੀ ਜਿਹੜਾ ਇੱਥੇ ਬਹਿ ਕੇ ਤੁਸੀਂ ਕੰਮ ਕਰ ਸਕਦੇ ਹੋ, ਤੁਸੀਂ ਬਾਹਰ ਜਾ ਕੇ ਨਹੀਂ ਕੰਮ ਕਰ ਸਕਦੇ। ਬਹੁਤ ਬਹੁਤ ਧੰਨਵਾਦ ਤੁਹਾਡਾ ਪਵਨ ਜੀ। ਔਰ ਹੌਲੀ ਹੌਲੀ ਬਾਬਾ ਦੇ ਵਿੱਚ ਤੁਹਾਡੇ ਨਾਲ ਅਸੀਂ ਅੱਜ ਤੁਹਾਡੇ ਇੱਥੇ ਵਿਜ਼ਿਟ ਕੀਤਾ ਸੀ, ਔਰ ਤੁਸੀਂ ਸਾਡੇ ਵਾਸਤੇ ਇਹਨਾਂ ਟਾਈਮ ਵੀ ਕੱਢਿਆ। ਬਹੁਤ ਬਹੁਤ ਤੁਹਾਡਾ ਧੰਨਵਾਦ। ਕੀ ਕਹਿਣਾ ਚਾਹੋਗੇ ਇਸ ਚੈਨਲ ਬਾਰੇ ਵੀ? ਦੇਖੋ ਜੀ, ਮੈਂ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦੀ ਹਾਂ। ਹੌਲੀ ਹੌਲੀ ਬਾਬਾ ਦੇ ਚੈਨਲ ਵਾਲਿਆਂ ਨੂੰ ਮੈਂ ਬਹੁਤ ਬਹੁਤ ਥੈਂਕਸ ਕਰਨਾ ਚਾਹੁੰਦਾ, ਜਿਹੜੇ ਸਾਡੇ ਫਾਰਮ 'ਤੇ ਆਏ, ਜਿਨ੍ਹਾਂ ਨੇ ਸਾਡੇ ਲਈ ਇਹ ਉਪਰਾਲਾ ਕੀਤਾ, ਸਾਡੇ ਕੰਮ ਨੂੰ ਥੋੜ੍ਹਾ ਅੱਗੇ ਉਤਸ਼ਾਹਿਤ ਕਰਾ, ਹੋਰ ਨਾਲ ਨੂੰ ਦੱਸਿਆ ਵੀ ਇਹ ਕੰਮ ਕਰਦੇ ਨੇ। ਅਤੇ ਮੈਂ ਸਾਰੇ ਹੀ ਦਰਸ਼ਕਾਂ ਨੂੰ ਇਹ ਕਹਾਂਗਾ ਵੀ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ,
ਤੇ ਇੱਥੇ ਜਿਹੜੀਆਂ ਵੀ ਵੀਡੀਓ ਆਉਂਦੀਆਂ ਨੇ ਦੇਖੋ ਉਹ ਬਿਲਕੁਲ ਸਾਡੇ ਪੰਜਾਬ ਜਾਂ ਹੋਰਨੇ ਇਲਾਕਿਆਂ 'ਚੋਂ ਕੁਦਰਤੀ ਜੋ ਆਪਣੇ ਨੌਜਵਾਨ ਜਾਂ ਬਜ਼ੁਰਗ ਜੋ ਵੀ ਆਪਣੇ ਉਪਰਾਲਾ ਕਰ ਰਹੇ ਨੇ ਸਾਰੇ ਉਹ ਤੁਹਾਡੇ ਸਾਰਿਆਂ ਨਾਲ ਸਾਂਝੀ ਕੀਤੀਆਂ ਜਾਂਦੀਆਂ ਨੇ ਤੇ ਇਹ ਇੱਕ ਬਹੁਤ ਹੀ ਵਧੀਆ ਮਤਲਬ ਉਪਰਾਲਾ ਇਸ ਚੈਨਲ ਰਾਹੀਂ ਕੀਤਾ ਜਾ ਰਿਹਾ ਹੈ। ਮੈਂ ਇਸ ਚੈਨਲ ਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਹੈ। ਓਕੇ ਜੀ, ਥੈਂਕ ਯੂ ਜੀ, ਥੈਂਕ ਯੂ ਜੀ। ਇਹ ਸਨ ਪਵਨ ਜੀ, ਔਰ ਪਵਨ ਹੋਣਾ ਨੇ ਵੀ ਬੜੀ ਵਧੀਆ ਤਰੀਕੇ ਦੇ ਨਾਲ ਇਹ ਗੱਲਾਂ ਉਹ ਸਮਝਾਈਆਂ ਨੇ ਕਿ ਉਸ ਨੌਜਵਾਨਾਂ ਨੂੰ ਸਮਝਾਈਆਂ ਨੇ ਕਿ ਖਾਸ ਕਰਕੇ ਨੌਜਵਾਨ ਜਿਹੜੇ ਹੈਗੇ ਆ ਉਹ ਆਪਣੇ ਇਸ ਦੇਸ਼ ਦੇ ਵਿੱਚ ਹੀ ਆਪਣੇ ਪੰਜਾਬ ਦੇ ਵਿੱਚ ਹੀ ਕੰਮ ਕਰਕੇ ਆਪਣੀਆਂ ਜਿਹੜੀਆਂ ਬੁਲੰਦੀਆਂ ਨੂੰ ਛੂਹ ਸਕਦੇ ਨੇ। ਔਰ ਇੱਕ ਗੱਲ ਹੋਰ ਵੀ ਕਹੀ ਹੈ ਕਿ ਜਿਹੜੇ ਏਜੰਟ ਜਿਹੜੇ ਹੈਗੇ ਨੇ ਏਜੰਟ ਦੇ ਝਾਂਸਿਆਂ ਦੇ ਵਿੱਚ ਨਾ ਆਵੋ ਅਤੇ ਆਪਣੇ ਮਾਤਾ ਪਿਤਾ ਨੂੰ ਕਰਜ਼ਾਈ ਨਾ ਕਰੋ ਅਤੇ ਉਹਨਾਂ ਦੀ ਇਹ ਜਿਹੜੀ ਮਿਹਨਤ ਹੈ ਉਹ ਰੰਗ ਲੈ ਕੇ ਆਵੇ। ਤੁਸੀਂ ਆਪਣੀ ਮਿਹਨਤ ਪੂਰੀ ਕਰੋ। ਕੈਮਰਾਮੈਨ ਸੰਦੀਪ ਸਿੰਘ ਦੇ ਨਾਲ ਸਵਿੰਦਰ ਸਿੰਘ, ਹੌਲੀ ਬੋਲੀ ਬਾਬਾ, ਅੰਮ੍ਰਿਤਸਰ।